ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣ ਮਨੋਰਥ ਪੱਤਰ ਜਾਰੀ ਕਰਨ ਵਿੱਚ ਦੇਰੀ ਕਿਉਂ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਗੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਆਤਿਸ਼। ਹਮੀਰ ਜੀ, ਪੰਜਾਬ ਵਿਧਾਨ ਸਭਾ ਚੋਣਾਂ 'ਚ ਬਹੁਤ ਥੋੜ੍ਹਾ ਸਮਾਂ ਰਹਿ ਚੁੱਕਾ ਹੈ। ਸਾਰੀ ਸਿਆਸੀ ਪਾਰਟੀਆਂ ਵੱਲੋਂ ਆਪਣੀ ਚੋਣ ਸਰਗਰਮੀਆਂ ਬਹੁਤ ਤੇਜ਼ ਕਰ ਦਿੱਤੀਆਂ ਨੇ ਤੇ ਕਈ ਪਾਰਟੀਆਂ ਵੱਲੋਂ ਤਾਂ ਜਿਹੜਾ ਹੈ ਆਪਣੇ ਮੁੱਖ ਮੰਤਰੀ ਦੇ ਚਿਹਰੇ ਤੱਕ ਐਲਾਨ ਦਿੱਤੇ ਗਏ ਨੇ, ਪਰ ਚੋਣਾਂ ਦਾ ਮੁੱਖ ਹਿੱਸਾ ਮੰਨੇ ਜਾਂਦੇ ਚੋਣ ਮਨੋਰਥ ਪੱਤਰ ਨੂੰ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਜਾਰੀ ਨਹੀਂ ਕੀਤਾ ਗਿਆ। ਸਿਰਫ 10 ਤੋਂ 12 ਦਿਨਾਂ ਦਾ ਸਮਾਂ ਜਿਹੜਾ ਵਿੱਚ ਰਹਿ ਗਿਆ। ਚੋਣ ਮਨੋਰਥ ਪੱਤਰ ਦੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਆਪਣੇ ਭਵਿੱਖ ਦਾ ਰੋਡ ਮੈਪ ਜਿਹੜਾ ਹੈਗਾ ਦੱਸਣਾ ਹੁੰਦਾ ਸੀ, ਕੀ ਕੰਮ ਕਰਨੇ ਨੇ, ਪਰ ਹਾਲੇ ਤੱਕ ਕਿਸੇ ਵੀ ਸਿਆਸੀ ਪਾਰਟੀ ਨੇ ਜਾਰੀ ਨਹੀਂ ਕੀਤਾ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਚੋਣ ਜਿਹੜੀ ਹੁੰਦੀ ਆ ਸਾਡੇ, ਉਹ ਚੋਣ ਕੋਈ ਬਹੁਤ ਜ਼ਿਆਦਾ ਇਸ ਗੱਲ 'ਤੇ ਨਹੀਂ ਹੁੰਦੀ ਕਿ ਤੁਸੀਂ ਕਰੋਗੇ ਕੀ। ਮਤਲਬ ਜਿਵੇਂ ਪਾਰਟੀਆਂ ਦਾ ਵਿਚਾਰਧਾਰਾ ਬਦਲੀ, ਮੁੱਦਿਆਂ ਤੋਂ ਦੂਰੀ ਬਣੀ ਜਾਂ ਵੱਖ-ਵੱਖ ਟਾਈਪ ਦੀਆਂ ਚੀਜ਼ਾਂ ਬਦਲੀਆਂ, ਤਾਂ ਪਾਰਟੀਆਂ ਦਾ ਜਿਹੜਾ ਕੇਂਦਰ ਹੋ ਰਿਹਾ ਮੁੱਦੇ, ਉਹ ਕੇਂਦਰਿਤ ਹੋ ਰਹੇ ਨੇ ਪਰਸਨਲ ਸ਼ਖਸੀਅਤਾਂ, ਚਿਹਰਿਆਂ ਦੇ ਤੌਰ 'ਤੇ ਗੱਲ ਕਰਨੀ। ਹੁਣ ਤੱਕ ਅੱਧਾ ਦੌਰ ਤਾਂ ਇਸੇ ਤਰੀਕੇ ਨਾਲ ਲੰਘ ਗਿਆ, ਕੌਣ ਕਿਹਦਾ ਚੀਫ ਮਿਨਿਸਟਰ ਹੋਊਗਾ, ਚੰਨੀ ਹੋਊਗਾ, ਸਿੱਧੂ ਹੋਊਗਾ, ਇਹ ਤੋਂ ਪਹਿਲਾਂ ਭਗਵੰਤ ਮਾਨ ਹੋਊਗਾ ਜਾਂ ਨਹੀਂ ਹੋਏਗਾ, ਅਤੇ ਉਹ ਸਾਰੀਆਂ ਜਿਹੜੀਆਂ ਗੱਲਾਂ ਉਸ ਪੱਧਰ ਦੇ ਉੱਤੇ ਨੇ। ਜਾਂ ਪਾਰਟੀਆਂ ਦੇ ਵਿੱਚ ਸਭ ਤੋਂ ਵੱਧ ਜ਼ੋਰ ਇਹ ਹੈ ਕਿ ਕਿਹੜੀ ਪਾਰਟੀ ਦਾ ਆਗੂ ਕਿਹੜਾ ਟੁੱਟ ਕੇ ਦੂਜੀ 'ਚ ਜਾਂਦਾ, ਕਿੰਨੇ ਇੱਕ ਦੂਜੇ 'ਚ ਸ਼ਾਮਿਲ ਕਰਾਉਂਦੀਆਂ ਨੇ, ਔਰ ਉਹ ਸ਼ਾਮਿਲ ਕਰਾਉਣ ਵਾਲਾ ਮਿਲਗੋਭਾ ਜਿਹੜਾ ਹੈ, ਉਹ ਸਾਰਾ ਮਨੋਰਥ ਪੱਤਰ ਤਾਂ ਦੂਰ ਦੀ ਗੱਲ ਹੈ ਕਿ ਕਿਸੇ ਵੀ ਗੱਲ ਦਾ ਬਖਰੇਵਾਂ ਰਹਿਣ ਹੀ ਨਹੀਂ ਦਿੰਦਾ। ਜਦੋਂ ਲਗਭਗ ਆਗੂ ਜਿਹੜੇ ਅੱਜ 20 ਆਗੂ ਇਹਦੇ 'ਚ ਸੀ, 20 ਦੂਜੀ ਚਲੇ ਗਏ, 20 ਤੀਜੀ ਚਲੇ ਗਏ, ਤਾਂ ਬਖਰੇਵੇਂ ਨਾਂ ਦੀ ਚੀਜ਼ ਨਹੀਂ ਹੈ। ਚੋਣਾਂ ਦੇ ਵਿੱਚ ਹਾਲਾਂਕਿ ਕਿਹਾ ਇਹ ਜਾਂਦਾ ਕਿ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਨਾਲ ਇੱਕ ਐਗਰੀਮੈਂਟ ਕਰਦੀਆਂ ਨੇ, ਲੋਕਾਂ ਨਾਲ ਇੱਕ ਲਿਖਤੀ ਜਾਂ ਗੈਰ ਲਿਖਤੀ ਵੀ ਹੋ ਸਕਦਾ, ਕੋਈ ਜ਼ਰੂਰੀ ਨਹੀਂ ਹੈ ਕਿ ਲਿਖਤੀ ਹੋ। ਕੋਈ ਪਾਰਟੀ ਕਹੇ ਕਿ ਅਸੀਂ ਆਹ ਜਿਹੜਾ ਬੋਲ ਰਹੇ ਹਾਂ ਸਾਡਾ ਚੋਣ ਮੈਨੀਫੈਸਟੋ ਹੈ, ਜਾਂ ਅਸੀਂ ਆਹ ਵਾਅਦਾ ਕਰਦੇ ਹਾਂ, ਜਾਂ ਉਹ ਇੱਕ ਪ੍ਰਤੀਬੱਧਤਾ ਹੁੰਦੀ ਹੈ ਉਹਦੀ ਉਸ ਗੱਲ ਦੇ ਨਾਲ ਕਿ ਜੇ ਅਸੀਂ ਸੱਤਾ ਦੇ ਵਿੱਚ ਆਏ ਅਸੀਂ ਆਹ ਚੀਜ਼ਾਂ ਕਰਾਂਗੇ, ਸਾਡਾ ਆਹ ਇੱਕ ਮਤਲਬ ਤੁਹਾਡੇ ਨਾਲ ਵਾਅਦਾ ਰਿਹਾ। ਔਰ ਉਹਨੂੰ ਹੀ ਮਨੋਰਥ ਪੱਤਰ ਜਿੰਨਾ ਚਿਰ ਲਿਖਤੀ ਨਹੀਂ ਆਉਂਦਾ। ਅੱਜ ਕੱਲ੍ਹ ਜ਼ੁਬਾਨੀ ਜਿਹੜੀਆਂ ਗੱਲਾਂ ਨੇ, ਜ਼ੁਬਾਨ ਤੋਂ ਮੁੱਕਰਨਾ ਇੱਕ ਨੋਰਮਲ ਗੱਲ ਬਣ ਗਈ। ਉਹ ਜ਼ਮਾਨਾ ਚਲਾ ਗਿਆ ਜਦੋਂ ਜ਼ੁਬਾਨ ਲਈ ਲੋਕ ਸਿਰ ਕਟਾ ਦਿੰਦੇ ਸੀ ਕਿ ਮੈਂ ਇਹ ਗੱਲ ਕਹੀ ਹੋਈ ਹੈ, ਮੈਂ ਇਹਦੇ 'ਤੇ ਖੜ੍ਹਾਂ, ਦੁਨੀਆ ਇੱਧਰ ਦੀ ਇੱਧਰ ਹੋ ਜੇ। ਅਤੇ ਜ਼ੁਬਾਨ ਤੋਂ ਮੁੱਕਰਨ ਕਰਕੇ ਹੀ ਇਹ ਲਿਖਤੀ ਚੀਜ਼ਾਂ ਆਉਣੀਆਂ ਸ਼ੁਰੂ ਹੋਈਆਂ ਨੇ। ਲਿਖਤੀ ਚੀਜ਼ਾਂ ਤੋਂ ਵੀ ਮੁੱਕਰ ਜਾਣ ਤੋਂ ਬਾਅਦ ਹਲਫੀਆ ਬਿਆਨ ਸ਼ੁਰੂ ਹੋਏ ਨੇ ਕਿ ਜੀ ਹੁਣ ਤਾਂ ਤੂੰ ਵੀ ਸਧਾਰਨ ਤੌਰ 'ਤੇ ਵੀ ਮੁੱਕਰ ਜਾਂਦਾ, ਲਿਖ ਕੇ ਵੀ ਮੁੱਕਰ ਜਾਂਦਾ, ਇਹਨੂੰ ਕੋਈ ਕਾਨੂੰਨ ਦੀ ਸ਼ਕਲ ਦੇ ਵਿੱਚ ਆਉਣਾ ਚਾਹੀਦਾ। ਉਹ ਜਿਹੜੀਆਂ ਪਾਰਟੀਆਂ ਹੁਣ ਤੱਕ, ਇਹਦਾ ਮਤਲਬ ਇਹ ਹੈ ਜਿਹੜੀਆਂ ਸੱਤਾ 'ਚ ਆਉਣਾ ਚਾਹੁੰਦੀਆਂ ਨੇ, ਜੇ ਉਹਦੇ ਕੋਲ ਕੋਈ ਰੋਡ ਮੈਪ ਹੀ ਨਹੀਂ ਅੱਜ ਤੱਕ ਲੋਕਾਂ ਨੂੰ ਦੱਸਣ ਦਾ। ਉਹ ਸਾਡੇ ਕੰਪੇਨ ਤਾਂ ਬਹੁਤ ਦੇਰ ਦੀ ਚੱਲ ਰਹੀ ਹੈ, ਕਿੰਨੇ ਮਹੀਨਿਆਂ ਤੋਂ ਜਾ ਰਹੇ ਨੇ, ਆਲੇ ਦੁਆਲੇ ਲੋਕਾਂ 'ਚ ਕੋਈ ਨਿੱਜੀ ਸੰਪਰਕ ਕਰ ਰਿਹਾ, ਕੋਈ ਕਿਸੇ ਟਾਈਪ ਦਾ ਕਰ ਰਿਹਾ, ਕੋਈ ਕਿਸੇ ਟਾਈਪ ਦਾ ਕਰ ਰਿਹਾ, ਪਰ ਉਹ ਦੱਸ ਕੀ ਰਿਹਾ? ਉਹ ਦੱਸ ਅਜੇ ਤੱਕ ਲੋਕਾਂ ਨੂੰ ਇਹੀ ਰਿਹਾ ਕਿ ਫਲਾਨੀ ਪਾਰਟੀ ਦਾ ਫਲਾਨਾ ਆਗੂ ਮੇਰੇ ਨਾਲੋਂ ਵੀ ਕਿੰਨਾ ਕਰਪਟ ਹੈ ਅਤੇ ਕਿੰਨਾ ਘਟੀਆ ਬੰਦਾ ਹੈ, ਅਤੇ ਸਾਨੂੰ ਇਸ ਕਰਕੇ ਵੋਟ ਦਿਓ ਕਿਉਂਕਿ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਹੈ। ਬਿਲਕੁਲ। ਬਾਕੀ ਦੇ ਗਲਤ ਕੰਮ ਦੱਸਦੇ ਆਪਣੇ ਆਪ ਨੂੰ ਠੀਕ ਗੱਲ ਪਹੁੰਚਾਉਣ ਦੀ ਗੱਲ ਹੈ। ਹੁਣ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਉਹਨਾਂ 'ਚੋਂ ਕਿੰਨੇ ਮੁੱਦੇ ਗਾਇਬ ਹੋ ਗਏ। ਨਸ਼ੇ ਦਾ ਮੁੱਦਾ ਜਿਹੜਾ 2014, 2019, 2017 ਦੀਆਂ ਚੋਣਾਂ ਸਭ ਤੋਂ ਨੰਬਰ 1 ਸੀ, ਉਹ ਕਿੱਥੇ ਦਿਖਾਈ ਦੇ ਰਿਹਾ? ਕਿਹੜੀ ਪਾਰਟੀ ਦੇ ਕਿਹੜੇ ਮੈਨੀਫੈਸਟੋ 'ਚ ਕੀ ਕਿਹਾ ਜਾ ਰਿਹਾ ਉਹਦੇ ਬਾਰੇ? ਔਰ ਛੱਡ ਕੇ ਤੁਸੀਂ ਦੂਜੀਆਂ ਚੀਜ਼ਾਂ 'ਚ ਪੈ ਗਏ। ਤੁਸੀਂ ਰਿਆਇਤਾਂ ਦੇ ਐਲਾਨ ਕਰ ਰਹੇ ਹੋ, 1000 ਰੁਪਈਆ ਦਿਆਂਗੇ, 2000 ਰੁਪਈਆ ਦਿਆਂਗੇ, ਬਿਜਲੀ ਦੇ ਯੂਨਿਟ ਮੁਫਤ ਦਿਆਂਗੇ, ਜੋ ਵੀ ਚੀਜ਼ਾਂ ਤੁਸੀਂ ਐਲਾਨ ਕਰ ਰਹੇ ਹੋ ਉਹਦੇ ਬਾਰੇ ਲੋਕਾਂ ਨੂੰ ਭਰਮਾ ਰਹੇ ਹੋ। ਲੋਕਾਂ ਨੂੰ ਭਰਮਾ ਰਹੇ ਹੋ ਗੈਰ ਕਾਨੂੰਨੀ ਤੌਰ 'ਤੇ, ਔਰ ਗੈਰ ਕਾਨੂੰਨੀ ਤੌਰ 'ਤੇ ਇਸ ਤਰ੍ਹਾਂ ਕਿ ਤੁਸੀਂ ਜਿਹੜੀ ਵੀ ਚੀਜ਼ ਲੋਕਾਂ ਨੂੰ ਲਾਲਚ ਦੇ ਰੂਪ 'ਚ ਦਿੱਤੀ ਜਾਂਦੀ ਹੈ ਬਿਨਾਂ ਪਾਲਿਸੀ ਤੋਂ, ਬਿਨਾਂ ਗੱਲ ਤੋਂ, ਉਹ ਹਮੇਸ਼ਾ ਹੀ ਭਰਮਾਉਣ ਵਾਲੀ ਹੁੰਦੀ ਹੈ। ਅਤੇ ਤੁਸੀਂ ਕਾਨੂੰਨ ਦਾ ਵੀ ਸਗੋਂ ਉਲੰਘਣ ਕਰ ਰਹੇ ਹੋ ਇਹਦੇ ਨਾਲ ਦੀ ਨਾਲ। ਐਥਿਕਸ ਜਾਂ ਕਦਰਾਂ ਕੀਮਤਾਂ, ਮੋਰੈਲਿਟੀ, ਇਹ ਤਾਂ ਕਿਤੇ ਬਚੀ ਨਹੀਂ ਹੈ। ਬਿਲਕੁਲ। ਜੇ ਪਾਰਟੀਆਂ ਨੇ ਆਉਣਾ ਹੁੰਦਾ ਅਸਲ ਦੇ ਵਿੱਚ, ਜੇ ਪਾਰਟੀਆਂ ਕੋਈ ਐਂ ਥੋੜ੍ਹੀ ਹੁੰਦੀਆਂ ਨੇ ਕਿ ਜੇ ਅੱਜ ਆਈਆਂ ਨੇ ਨਵੀਆਂ, ਪਾਰਟੀਆਂ ਸਦਾ ਹੀ ਸੱਤਾ ਦੇ ਵਿੱਚ ਨੇ। ਮੰਨ ਲਓ ਆਪੋ ਆਪਣੀ ਵਿਚਾਰਧਾਰਾ ਮੁਤਾਬਕ ਜਦੋਂ ਚੋਣਾਂ ਐਲਾਨ ਹੋ ਜਾਣ, ਘੱਟੋ ਘੱਟ ਜੇ ਉਦੋਂ ਪਹਿਲਾਂ ਨਹੀਂ, ਜਿਹੜੇ ਦਿਨ ਇਲੈਕਸ਼ਨ ਕਮਿਸ਼ਨ ਚੋਣਾਂ ਦਾ ਐਲਾਨ ਕਰਦਾ ਤਾਂ ਉਹਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਚੋਣ ਮਨੋਰਥ ਪੱਤਰ ਕਿਉਂ ਨਹੀਂ ਆਉਂਦੇ? ਕਿਉਂਕਿ ਉਸ 'ਤੇ ਚਰਚਾ ਹੋਵੇ ਫਿਰ ਲੋਕਾਂ ਦੇ ਵਿੱਚ, ਉਸ ਚੋਣ ਮਨੋਰਥ ਪੱਤਰ 'ਤੇ ਲੋਕਾਂ 'ਚ ਸੰਵਾਦ ਹੋਵੇ, ਡਿਬੇਟ ਹੋਵੇ, ਕਿਹੜਾ ਠੀਕ ਹੈ ਕਿਹੜਾ ਨਹੀਂ। ਅਤੇ
ਉਹਦੇ 'ਚ ਜਿਹੜੇ ਕੀਤੇ ਗਏ ਵਾਅਦੇ ਹੋਣਗੇ ਉਹਦੇ ਪ੍ਰਤੀ ਲੋਕ ਸਵਾਲ ਵੀ ਕਰਨਗੇ ਫਿਰ ਬਿਲਕੁਲ ਕਿ ਆਹ ਤੁਹਾਡਾ ਮੇਨ ਸਵਾਲ ਹੈ, ਪਰ ਤਰਜੀਹ ਕਿਹੜੇ ਨੂੰ ਹੈ, ਪਹਿਲੇ ਨੰਬਰ ਤੇ ਕਿਹੜਾ, ਦੂਜੇ ਤੇ ਕਿਹੜਾ, ਤੀਜੇ ਤੇ ਕਿਹੜਾ, ਚੌਥੇ ਤੇ ਕਿਹੜਾ। ਜੀ ਔਰ ਉਹ ਜੇਕਰ ਤਰਜੀਹ ਹੋਏਗੀ ਫਿਰ ਲੋਕ ਇਹ ਸਵਾਲ ਪੁੱਛਣਗੇ ਕਿ ਆਹ ਜਿਹੜਾ ਚੋਣ ਮਨੋਰਥ ਪੱਤਰ ਹੈ ਇਹ 'ਚ ਤੂੰ ਆਹ ਵਾਅਦਾ ਤਾਂ ਕਰ ਲਿਆ, ਇਹ ਕਿੱਥੋਂ ਨਿਭਾਏਗਾ, ਕੀ ਇਹਦੇ ਤੇ ਤੂੰ ਸਾਨੂੰ ਹਲਫੀਆ ਬਿਆਨ ਦੇਂਗਾ, ਜੀ ਬਿਲਕੁਲ ਕੀ ਇਹਨੂੰ ਪੂਰਾ ਕਰਦਾ ਹੈ। ਜਿਵੇਂ ਇੱਕ ਆਵਾਜ਼ ਲੋਕਾਂ 'ਚ ਉੱਠ ਰਹੀ ਹੈ ਮੰਨ ਲਓ, ਔਰ ਕਈ ਵਾਰ ਤਾਂ ਇਹ ਕਿਹਾ ਪਾਰਟੀਆਂ ਦੇ ਬੰਦੇ ਵੀ ਕਹਿ ਦਿੰਦੇ ਨੇ, ਲੀਡਰ ਕਈ ਅੱਜ ਕੱਲ੍ਹ, ਕਿ ਹਾਂ ਚੋਣ ਮਨੋਰਥ ਪੱਤਰ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ, ਜੀ ਜਿਹੜਾ ਕਿ ਹੋਣਾ ਚਾਹੀਦਾ। ਜੇਕਰ ਕਾਨੂੰਨੀ ਦਸਤਾਵੇਜ਼ ਉਹ ਨਹੀਂ ਹੈ ਤਾਂ ਅੱਜ ਤੱਕ ਜਿਹੜੇ 70-75 ਸਾਲਾਂ ਤੋਂ ਫਰਾਡ ਲੋਕਾਂ ਨਾਲ ਹੋ ਰਿਹਾ ਇਸੇ ਕਰਕੇ ਹੋ ਰਿਹਾ, ਬਿਲਕੁਲ ਕਿਉਂਕਿ ਜਾਂ ਸੰਗ ਸ਼ਰਮ ਲਾਜ ਹੁੰਦੀ ਹੈ ਇੱਕ, ਲੋਕ ਕੀ ਕਹਿਣਗੇ, ਲੋਕ ਇਹ ਮੈਂ ਮੁਕਰਾਂ ਕਿਵੇਂ ਜਨਤਕ ਤੌਰ 'ਤੇ ਕਹਿ ਕੇ, ਉਹ ਤਾਂ ਹੁਣ ਖਤਮ ਹੋ ਗਈ ਹੈ। ਜੀ ਹੁਣ ਤਾਂ ਕੇਵਲ ਕਾਨੂੰਨੀ ਪਹਿਲੂ ਹੀ ਹੈ ਜਿਹੜਾ ਕੋਈ ਦਬਾਅ ਪਾ ਸਕਦਾ, ਜਿਹੜਾ ਕੋਈ ਉਹਨਾਂ ਦਾ ਨੁਕਸਾਨ ਕਰ ਸਕਦਾ। ਉਹ ਡਿਮਾਂਡ ਉਹਦੇ ਨਾਲ ਜ਼ਿਆਦਾ ਉੱਭਰੇਗੀ ਜਦੋਂ ਤੁਸੀਂ ਚੋਣ ਮੈਨੀਫੈਸਟੋ ਲੈ ਕੇ ਆਉਂਦੇ ਹੋ। ਜੀ ਹੁਣ ਚੋਣ ਮੈਨੀਫੈਸਟੋ ਨੂੰ 10-12 ਦਿਨ ਨੇ, ਕਈਆਂ ਦਾ ਕੱਲ੍ਹ ਹੋਏਗਾ, ਕਿਸੇ ਦਾ 10 ਦਿਨ ਨੂੰ, ਕਿਸੇ ਦਾ 5 ਦਿਨ ਨੂੰ, ਕਿਸੇ ਦਾ ਹਫ਼ਤੇ ਨੂੰ, ਬਿਲਕੁਲ ਬਾਕੀ ਬਹਿ ਜਾਣਗੇ 5 ਦਿਨ 7 ਦਿਨ। ਕੀ ਉਹ 5-7 ਦਿਨ 10 ਦਿਨ ਕਾਫੀ ਨੇ ਲੋਕਾਂ 'ਚ ਉਹ ਚੋਣ ਮਨੋਰਥ ਪੱਤਰ ਲਿਜਾਣ 'ਚ ਐਡੀ ਦੂਰ ਤੱਕ? ਜੀ ਬਿਲਕੁਲ ਇੰਨੀ ਦੂਰ ਤੱਕ ਤੁਸੀਂ ਪਹੁੰਚਾ ਸਕਦੇ ਹੋ ਉਹਨਾਂ ਨੂੰ? ਜੇ ਪਹੁੰਚਾ ਸਕਦੇ ਹੋ, ਕੀ ਉਹ 'ਤੇ ਬਹਿਸ ਹੋ ਸਕਦੀ ਹੈ ਲੋਕਾਂ ਦੀ? ਇਹਦਾ ਮਤਲਬ ਇਹ ਡੈਮੋਕ੍ਰੇਸੀ ਨਾਲ ਫਰਾਡ ਕਿਉਂ ਨਹੀਂ ਹੈ? ਇਹ ਮਜ਼ਾਕ ਹੈ ਜਮਹੂਰੀਅਤ ਦਾ, ਜਿਹੜਾ ਤੁਸੀਂ ਲੋਕਾਂ ਨਾਲ ਵੀ ਕਰ ਰਹੇ ਹੋ, ਲੋਕਾਂ ਨਾਲ ਵੀ ਮਜ਼ਾਕ ਕਰ ਰਹੇ ਹੋ ਜੀ ਕਿ ਕੋਈ ਨਾ ਜੀ ਅਸੀਂ ਚੋਣ ਮਨੋਰਥ ਪੱਤਰ 'ਚ ਆਊਗਾ, ਸਾਡੇ 'ਚ ਆਊਗਾ, ਸਾਡੇ 'ਚ ਨਹੀਂ ਆਊਗਾ। ਔਰ ਇਸ ਕਰਕੇ ਬਹੁਤ ਜ਼ਰੂਰੀ ਹੈ, ਇੱਕ ਤਾਂ ਚੋਣ ਮਨੋਰਥ ਪੱਤਰ 'ਚ ਦੇਰੀ ਇਹ ਮਹਿਸੂਸ ਕਰਾ ਰਹੀ ਹੈ ਲੋਕਾਂ ਨੂੰ ਕਿ ਸਾਡਾ ਸਿਆਸਤਦਾਨ ਨਾ ਆਪਦੇ ਏਜੰਡੇ ਪ੍ਰਤੀ ਗੰਭੀਰ ਹੈ, ਜੀ ਨਾ ਆਪਣੇ ਮਨੋਰਥ ਪੱਤਰ ਜਿਹੜਾ ਉਹਨੇ ਇੱਕ ਕੰਮ ਕਰਨਾ ਹੁੰਦਾ ਇਲੈਕਸ਼ਨ 'ਚ ਠੀਕ ਤਰੀਕੇ ਨਾਲ, ਉਹ ਵੀ ਉਹ ਨਹੀਂ ਕਰ ਰਿਹਾ। ਇਸ ਲਈ ਤੁਹਾਡੇ ਨਾਲ ਕੀਤੇ ਹੋਏ ਵਾਅਦੇ ਜਦੋਂ ਆ ਵੀ ਜਾਊਗਾ ਜੀ ਉਦੋਂ ਵੀ ਪੂਰੇ ਹੋਣ ਦੀ ਉਮੀਦ ਨਹੀਂ ਹੈ ਪਿਛਲਿਆਂ ਦੀ ਵਾਂਗ। ਜਾਂ ਫਿਰ ਇਹ ਹੈ ਕਿ ਲੋਕ ਉਹਨੂੰ ਇਸ ਪੱਧਰ ਦੇ ਉੱਤੇ ਖੜਾ ਕਰਨ ਆ ਕੇ ਜੀ ਕਿ ਉਹ ਹਲਫੀਆ ਬਿਆਨ ਦੇਵੇ, ਆਪਣੇ ਚੋਣ ਮੈਨੀਫੈਸਟੋ ਦੇ ਨਾਲ ਦੇਵੇ, ਔਰ ਕਿ ਜਿੰਨਾ ਚਿਰ ਇਹ ਕਾਨੂੰਨ ਨਹੀਂ ਬਣਦਾ ਉਹਨਾਂ ਚਿਰ ਮੈਂ ਇਹਨੂੰ ਲਾਗੂ ਕਰੂੰਗਾ। ਜੀ ਔਰ ਅੱਜ ਕੱਲ੍ਹ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇੱਕ ਦੋ ਥਾਂ ਇੱਕ ਲੀਡਰ ਨੂੰ ਪੁੱਛਦਾ ਬਾਰ-ਬਾਰ ਕਿ ਜਿਹੜਾ ਤੁਸੀਂ 1000 ਰੁਪਇਆ ਕਹਿ ਰਹੇ ਹੋ, ਇਹ ਜਦੋਂ ਸਰਕਾਰ ਬਣ ਗਈ 10 ਮਾਰਚ ਤੋਂ ਬਾਅਦ ਦੇਣਾ ਸ਼ੁਰੂ ਕਰ ਦੋਗੇ ਉਸੇ ਕਿ ਨਹੀਂ? ਉਹ ਕਹਿੰਦਾ ਨਾ 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 ਨਾ, ਉਸੇ ਸਮੇਂ ਮਤ ਆ ਜਾਣਾ। ਇਹ 5 ਸਾਲ ਦਾ ਮੈਨੀਫੈਸਟੋ ਹੈ, ਮਤਲਬ ਉਸੇ ਸਮੇਂ ਮਤ ਆ ਜਾਣਾ ਦਾ ਮਤਲਬ ਇਹ, ਜਾਂ ਫਿਰ ਲੋਕਾਂ ਨੂੰ ਤੁਸੀਂ ਤਰਤੀਬ ਦਿਓ ਕਿ ਆਹ ਚੀਜ਼ ਅਸੀਂ 6 ਮਹੀਨੇ 'ਚ ਲਾਗੂ ਕਰਾਂਗੇ, ਆਹ ਚੀਜ਼ ਅਸੀਂ 1 ਸਾਲ 'ਚ ਕਰਾਂਗੇ, ਆਹ ਚੀਜ਼ ਉਹਦੇ 'ਚ ਕਰਾਂਗੇ। ਇਹੀ ਗੱਲ ਜਿਵੇਂ ਹੁਣ ਕਾਂਗਰਸ ਘਰ ਘਰ ਰੁਜ਼ਗਾਰ ਸਾਰਾ ਕੁਝ ਹੋਇਆ ਸੀ, ਜੀ ਬਿਲਕੁਲ ਜੇ ਉਹਦੀ ਟਾਈਮ ਬਾਉਂਡ ਨਹੀਂ ਹੈ, ਕੋਈ ਚੀਜ਼ ਟਾਈਮਿੰਗ ਨਹੀਂ ਹੈ, ਜੀ ਤੁਸੀਂ ਕਹੋ ਵੀ 5 ਸਾਲ ਦਾ ਕੀਤਾ, 4.5 ਸਾਲ ਅਸੀਂ ਨਹੀਂ ਕਰ ਸਕੇ ਕੁਝ ਵੀ, ਤਾਂ ਕੀ ਹੋ ਗਿਆ? ਲਾਸਟ 6 ਮਹੀਨੇ ਦੇ ਦਾਂਗੇ ਪੈਨਸ਼ਨ ਤੁਹਾਨੂੰ ਦੇਣੀ ਹੈ, ਜੀ ਲਾਸਟ 6 ਮਹੀਨੇ ਤੁਹਾਨੂੰ ਦੇ ਦਾਂਗੇ 1000 ਰੁਪਇਆ ਜੇ ਲੈਣਾ, ਕਿਉਂਕਿ ਅਗਲੀ ਚੋਣ ਵਾਸਤੇ ਵੀ ਉਹ ਗੱਲ ਕਰਨੀ ਹੈ। ਇਦੋਂ ਲੋਕਾਂ ਨਾਲ ਫਰਾਡ ਕੀ ਹੋਊਗਾ? ਇਹ ਸਾਰੀਆਂ ਚੀਜ਼ਾਂ ਚੋਣ ਮੈਨੀਫੈਸਟੋ ਦਾ ਸਮਾਂ ਵੀ ਡਿਸਾਈਡਡ ਹੋਣਾ ਚਾਹੀਦਾ ਕਿ ਉਹ ਪਹਿਲੇ ਹਫ਼ਤੇ 'ਚ ਆਵੇ। ਦੂਜਾ, ਉਹ ਟਾਈਮ ਬਾਉਂਡ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਕੰਮ, ਉਹ ਦੱਸਣਾ ਚਾਹੀਦਾ ਪਾਰਟੀਆਂ ਨੂੰ ਤਰਤੀਬ ਕਿ ਆਹ ਕੰਮ ਹੋਣ ਵਾਲੇ ਨੇ, ਇਹ ਆਉਂਦੇ ਕਰ ਦਾਂਗੇ ਅਗਲੇ 6 ਮਹੀਨੇ 'ਚ, ਉਦੋਂ ਅਗਲੇ 6 ਮਹੀਨੇ, ਉਦੋਂ ਅਗਲੇ। ਕੁਛ ਕੰਮ ਹੋਣਗੇ ਜਿਹੜੇ 5 ਸਾਲ ਲੈ ਲੈਂਦੇ ਨੇ ਕਿ ਅਸੀਂ ਲੰਬੇ ਸਮੇਂ 'ਚ ਕਰਾਂਗੇ। ਇਹਦੇ ਤੋਂ ਬਿਨਾਂ ਨਹੀਂ ਉਹ ਹੋਊਗਾ। ਹੁਣ ਇਹ ਲੋਕਾਂ 'ਤੇ ਨਿਰਭਰ ਕਰਦਾ ਕਿ ਲੋਕ ਉਹਨਾਂ ਮੈਨੀਫੈਸਟੋਜ਼ ਬਾਰੇ, ਉਹਨਾਂ ਮਨੋਰਥ ਪੱਤਰਾਂ 'ਚ ਲਿਖੀਆਂ ਗੱਲਾਂ ਬਾਰੇ ਕਿੰਨੇ ਕੁ ਸਵਾਲ ਕਰਦੇ ਨੇ, ਕਿੰਨਾ ਕੁ ਉਹਨਾਂ ਨੂੰ ਜਵਾਬਦੇਹ ਬਣਾਉਂਦੇ ਨੇ। ਔਰ ਕਈ ਪਾਰਟੀਆਂ ਦੇ ਪਿਛਲੇ ਸਮੇਂ 'ਚ ਇੱਕ ਪਾਰਟੀ ਨੇ ਮੈਨੀਫੈਸਟੋ ਜਾਰੀ ਨਹੀਂ ਸੀ ਕੀਤਾ, ਜੀ ਉਹ ਕਹਿੰਦੇ ਲੈਣਾ ਕੀ ਹੈ ਇਹਦੇ ਤੋਂ। ਔਰ ਹੌਲੀ ਹੌਲੀ ਸ਼ਾਇਦ ਕਿਤੇ ਇਹ ਨਾ ਹੋਵੇ ਮਨੋਰਥ ਪੱਤਰ ਵੀ ਚਲੇ ਜਾਣ, ਵੀ ਇਹਨਾਂ ਦੀ ਲੋੜ ਹੀ ਨਹੀਂ ਆਪਾਂ ਨੂੰ, ਆਪਾਂ ਤਾਂ ਬੰਦਿਆਂ ਦੇ ਦੁਆਰੇ ਇੱਧਰ ਉੱਧਰ ਕਰਨਾ। ਔਰ ਉਹ ਚਲੇ ਜਾਣ ਦਾ ਮਤਲਬ ਇਹ ਹੋਊਗਾ, ਘੱਟੋ ਘੱਟ ਜੇ ਮੈਨੀਫੈਸਟੋ ਹੈ ਤਾਂ ਉਹਦੇ ਆਧਾਰ 'ਤੇ ਲੋਕ ਇਹ ਤਾਂ ਕਹਿੰਦੇ ਨੇ ਵੀ ਤੂੰ ਆਹ ਲਿਖਿਆ ਲਾਗੂ ਕਿਉਂ ਨਹੀਂ ਕਰਦਾ। ਜੇ ਉਹ ਵੀ ਚਲਾ ਗਿਆ ਤਾਂ ਮੁੜ ਕੇ ਉਹ ਵੀ ਨਹੀਂ ਹੱਥ ਆਉਣਾ, ਮਤਲਬ ਜਿਸ ਲੈਵਲ ਦਾ। ਇਸ ਲਈ ਇਹ 'ਤੇ ਬਹੁਤ ਗੰਭੀਰ ਹੋਣਾ ਚਾਹੀਦਾ। ਇੱਕ ਦਸਤਾਵੇਜ਼ ਹੈ, ਦਸਤਾਵੇਜ਼ ਤੁਹਾਡੇ ਨਾਲ ਪ੍ਰਤਿਗਿਆ ਹੈ ਨਾਗਰਿਕ ਦੇ ਨਾਲ, ਇੱਕ ਲੀਡਰ ਦੀ, ਔਰ ਉਹ ਪ੍ਰਤਿਗਿਆ ਪੱਤਰ ਜਿਹੜੇ ਉਦੋਂ ਪਹਿਲਾਂ ਤੋਂ ਦੇਣੇ ਚਾਹੀਦੇ ਨੇ ਔਰ ਪਹਿਲਾਂ ਤੋਂ ਭਰਾਉਣੇ ਚਾਹੀਦੇ ਨੇ। ਨਹੀਂ ਇਹ ਜਮਹੂਰੀਅਤ ਦੇ ਵਿੱਚ ਜਿਹੜਾ ਜੇ ਡਿਬੇਟ ਤੋਂ ਸੱਖਣੀ ਚੀਜ਼ ਹੈ ਇਹ, ਜਾਂ ਇਹਦੇ 'ਤੇ ਜ਼ੋਰ ਨਹੀਂ ਦਿੱਤਾ ਜਾਂਦਾ, ਤਾਂ ਜਿਹੜੀ ਡੈਮੋਕ੍ਰੇਸੀ ਹੈ, ਜਮਹੂਰੀਅਤ ਆ, ਉਹ ਵੱਧ ਫੁੱਲ ਨਹੀਂ ਸਕਦੀ। ਉਹ ਲੀਡਰਾਂ ਦੀ ਮੰਨੀ ਜਾਊਗੀ ਅਤੇ ਲੋਕਾਂ ਦੇ ਪੱਖ ਦੇ ਵਿੱਚ ਕੁਝ ਨਹੀਂ ਆਏਗਾ। ਇਸ ਬਿਰਤਾਂਤ ਨੂੰ ਬਦਲਣਾ ਚਾਹੀਦਾ ਅਤੇ ਗੱਲ ਹੋਣੀ ਸ਼ੁਰੂ ਹੋਣੀ ਚਾਹੀਦੀ ਹੈ। ਜੀ ਹਮੀਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਚੋਣ ਪ੍ਰਚਾਰ ਦੀ, ਤਾਂ ਇੱਕ ਤਾਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਚੋਣ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ ਗਈਆਂ ਨੇ, ਪਰ ਦੂਜੇ ਪਾਸੇ ਦੇਖ ਰਹੇ ਹਾਂ ਵੀ ਕਿ ਹੁਣ ਪੰਜਾਬ ਦੇ ਲੋਕ ਵੀ ਜਾਗਰੂਕ ਹੋ ਚੁੱਕੇ ਨੇ, ਜੋ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਘੇਰ ਕੇ ਸਵਾਲ ਪੁੱਛ ਰਹੇ ਨੇ, ਜਿਸ ਕਰਕੇ ਕਈ ਤਰ੍ਹਾਂ ਦੇ ਚੋਣ ਪ੍ਰਚਾਰ 'ਚ ਨਵੀਕਲੇਪਣ ਦੇਖਣ ਨੂੰ ਮਿਲ ਰਹੇ ਨੇ, ਬਦਲਾਅ ਦੇਖਣ ਨੂੰ ਮਿਲ ਰਹੇ। ਅਸੀਂ ਜਾਣਨਾ ਚਾਹਾਂਗੇ ਹੁਣ ਜਿਹੜਾ ਇਸ ਵਾਰ
ਸਿਆਸੀ ਪਾਰਟੀਆਂ ਦੇ ਉਮੀਦਵਾਰ ਨੇ ਉਹ ਕਿਸ ਤਰ੍ਹਾਂ ਦੇ ਢੰਗ ਨਾਲ ਜਿਹੜਾ ਪ੍ਰਚਾਰ ਕਰਨ ਲੱਗੇ ਹੋਏ ਨੇ? ਅਸਲ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਉੱਥੇ ਚੱਲ ਰਿਹਾ ਸੀ, ਜੀ ਕੁਝ ਪਾਰਟੀਆਂ ਨੇ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕੀਤਾ ਸੀ। ਸਵਾਲ ਉਦੋਂ ਤੋਂ ਪੁੱਛਣ ਲੱਗੇ ਸੀ ਕਿਸਾਨ ਖਾਸ ਤੌਰ ਤੇ ਬਾਕੀ ਆਮ ਲੋਕ ਆਮ ਵੀ ਪੁੱਛਦੇ ਸੀ। ਜੀ ਜਦੋਂ ਪੁੱਛਦੇ ਸੀ ਤਾਂ ਕਈ ਜਗ੍ਹਾ ਟਕਰਾਅ ਵੀ ਹੋਣੇ, ਔਰ 2-3 ਜਗ੍ਹਾ ਟਕਰਾਅ ਦੀਆਂ ਸੰਭਾਵਨਾਵਾਂ ਬਣੀਆਂ, ਔਰ ਉਹ ਟਕਰਾਅ ਦੀਆਂ ਸੰਭਾਵਨਾਵਾਂ ਇਸ ਕਰਕੇ ਬਣੀਆਂ ਤੇ ਉਹ ਕਹਿ ਰਹੇ ਨੇ ਕਿ ਤੁਸੀਂ ਸਾਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ। ਇਹ ਕਿਸੇ ਦਾ ਕੰਮ ਨਹੀਂ ਹੁੰਦਾ, ਇਹ ਸਾਂਝਾ ਕੰਮ ਹੈ। ਵੋਟਾਂ ਪੈਣੀਆਂ, ਦੇਸ਼ ਦੇ ਵਿੱਚ ਸਰਕਾਰ ਬਣਨੀ, ਜਿੰਨਾ ਪਾਰਟੀਆਂ ਦਾ ਕੰਮ ਹੈ ਉਨਾ ਹੀ ਲੋਕਾਂ ਦਾ ਜ਼ਿੰਮੇਵਾਰੀ ਵੀ ਆ, ਉਨਾ ਹੀ ਉਹਦੇ 'ਚ ਵੀ ਹੈ। ਹੁਣ ਇਹਦਾ ਇੱਕ ਜਾਂ ਤਾਂ ਤਰੀਕਾ ਹੋਵੇ, ਸਾਡੇ ਸਿਆਸਤ ਦੇ ਵਿੱਚ ਅਸੀਂ ਕੋਈ ਤਰੀਕਾ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਅਸੀਂ ਕੋਈ ਸਿਸਟਮ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਕੀ ਕੀਤਾ ਜਾਏ। ਇੱਕ ਤਰੀਕਾ ਇਹ ਹੁੰਦਾ ਫਿਰ ਕਿ ਲੋਕ ਕੈਂਡੀਡੇਟ ਤੁਹਾਡੇ ਕੋਲ ਜਾਣਗੇ ਪਿੰਡਾਂ ਦੇ ਵਿੱਚ, ਕੋਈ ਤਰੀਕਾ ਇਹੋ ਜਿਹਾ ਬਣਾ ਦਿੱਤਾ ਜਾਏ ਜਿਵੇਂ ਹੁਣ ਸਾਰੇ ਹੋ ਗਏ, ਕਾਗਜ਼ ਵਾਪਸ ਹੋ ਗਏ, ਟੋਟਲ ਕੈਂਡੀਡੇਟ ਸਾਡੇ ਕੋਲ ਹੋ ਗਏ। ਤੇ ਜੇ ਸਾਡੇ ਸਿਸਟਮ ਇਹ ਬਣੇ ਕਿ ਰਿਟਰਨਿੰਗ ਅਫਸਰਾਂ ਦੀ ਇਹ ਜ਼ਿੰਮੇਵਾਰੀ ਹੋਵੇ ਕਿ ਸਾਰੇ ਕੈਂਡੀਡੇਟਾਂ ਨੂੰ 1 ਜਾਂ 2 ਜਾਂ 3 ਗੱਡੀਆਂ 'ਚ ਜਿੰਨੀਆਂ ਵੀ ਗੱਡੀਆਂ, ਹੁਣ ਟੂਰ ਪ੍ਰੋਗਰਾਮ ਬਣ ਜੇ ਸਾਰੇ ਹਲਕੇ ਦਾ, ਉਹ ਪਿੰਡ ਤੇ ਮਹੱਲੇ ਦੱਸ ਦਿੱਤਾ ਜਾਏ ਕਿ ਇੰਨੇ ਵਜੇ, ਜਿਵੇਂ ਕੈਂਡੀਡੇਟ ਆਪਦਾ ਵੀ ਤਾਂ ਕਰਦੇ ਹੀ ਨੇ, ਮੈਂ ਫਲਾਣੇ ਦਿਨ ਇੰਨਾ ਮੈਂ ਇੱਕ ਰੂਟ ਬਣਾ ਰਿਹਾ, ਬਿਲਕੁਲ, ਤੇ ਉਹ ਕਹੇ ਤੁਹਾਡੇ ਪਿੰਡ ਆਉਣਗੇ, ਪਿੰਡ ਸਾਰਾ ਬੈਠਾ ਹੋਵੇ ਜਾਂ ਮੁਹੱਲਾ ਸਾਰਾ ਬੈਠਾ ਹੋਵੇ, ਉਹ ਜਿੰਨੇ ਕੈਂਡੀਡੇਟ ਸਟੇਜ ਤੇ ਬੈਠੇ ਨੇ ਉਹਨਾਂ ਨੂੰ ਦੇ ਦਿਓ 15-15 ਮਿੰਟ ਵੀ ਤੂੰ ਆਪਦੇ ਹਲਕੇ ਲਈ ਕੀ ਕਰੇਗਾ ਜਾਂ ਤੇਰੀ ਪਾਰਟੀ ਮੋਟੇ ਤੌਰ ਤੇ ਕੀ ਕਹਿੰਦੀ ਹੈ, ਲਿਖਤੀ ਵੀ ਦੇ ਜੀ ਸਾਨੂੰ, ਜੋ ਤੂੰ ਜਵਾਨੀ ਦੱਸਣਾ ਚਾਹੁੰਦਾ ਇਹਦੇ ਮੁਤਾਬਕ ਸਾਨੂੰ ਦੱਸ ਦੇ। ਉੱਥੇ ਬੈਠੇ ਸਮੂਹਿਕ ਲੋਕ ਜਿਹੜੇ ਨੇ ਉਹ ਤਾਂ ਸਵਾਲ ਪੁੱਛ ਲੈਣ ਕਿ ਤੂੰ ਦੱਸ ਕੀ ਕਰੇਗਾ ਤੂੰ। ਇੱਕ ਤਾਂ ਪਹਿਲਾਂ ਹੀ ਟੈਸਟ ਹੋ ਜਾਣਗੇ ਵੀ ਜਿਹੜੇ ਉਹ 15 ਜਾਂ 10 ਜਾਂ 5 ਬੰਦੇ ਬੈਠੇ ਨੇ ਸਟੇਜ ਤੇ, ਕੀ ਇਹ ਵਿਧਾਨ ਸਭਾ ਜਾਣ ਜੋਗੇ ਹੈਗੇ ਕਿ ਉੱਥੇ ਜਾ ਕੇ ਕੁਝ ਬੋਲ ਸਕਣਗੇ? ਪਹਿਲੇ ਹੀ ਟੈਸਟ ਹੋ ਜੂ ਕਿ ਉਨੇ ਕੁ ਜੋਗੇ, ਉਹਨਾਂ ਦੀ ਸਮਝ ਓਡੀ ਕੁ ਹੈ, ਉਹ ਸਟੇਜ ਤੇ ਖੜ੍ਹ ਕੇ ਹੀ ਕਤਰਾਉਂਦਾ ਤਾਂ ਨਹੀਂ ਕਿ ਉਹਨੂੰ ਗੱਲ ਹੀ ਨਾ ਕਹਿਣੀ ਆਵੇ। ਤੇ ਇਹ ਸਾਰੀਆਂ ਚੀਜ਼ਾਂ ਉਦੋਂ ਪਹਿਲਾਂ ਵੀ ਟੈਸਟ ਹੋ ਜਾਣਗੀਆਂ। ਤੇ ਦੂਜੀ ਗੱਲ ਇਹ ਹੈ ਕਿ ਲੋਕਾਂ 'ਚ ਭਾਈਚਾਰਕ ਸਾਂਝ ਬਣਦੀ ਆ ਉਹਦੇ ਨਾਲ। ਆ ਜਿਹੜੀ ਫੁੱਟ ਪਾਉਂਦੀਆਂ ਨੇ ਪਾਰਟੀਆਂ ਕਿ ਮੇਰੇ ਕੋਲ ਆ ਜਾਓ, ਮੈਂ ਇਹ ਕਰੂੰਗਾ ਜਾਂ ਮੈਂ ਉਹਦੇ ਨਾਲ ਚੱਲੂੰਗਾ, ਇਹਦੀ ਬਜਾਏ ਬਣਨੀ ਤਾਂ ਸਰਕਾਰ ਹੈ ਨਾ ਜਿਹਦੀ ਵੀ ਲੋਕ ਜਿਹਨੂੰ ਵੋਟ ਪਾਉਣਾ ਚਾਹਣਗੇ, ਔਰ ਉਹਦੇ ਨਾਲ ਜੇ ਲੋਕ ਸਮੂਹਿਕ ਤੌਰ ਤੇ ਬੈਠਦੇ ਨੇ, ਆਪੋ ਆਪਣੀ ਗੱਲ ਕਰਦੇ ਨੇ ਤੇ ਸਾਰੇ ਲੋਕਾਂ ਦਾ ਭਲਾ, ਕਿਸਾਨ ਕਿਸਾਨੀ ਦੀ ਗੱਲ ਕਰਦੇ ਨੇ, ਮਜ਼ਦੂਰ ਮਜ਼ਦੂਰੀ ਦਾ ਮੁੱਦਾ, ਵਪਾਰੀ ਵਪਾਰੀ ਦਾ ਮੁੱਦਾ ਹੀ ਪੁੱਛਣੇ ਨੇ ਕਿ ਤੁਹਾਡੇ ਕੋਲ ਤਾਂ ਸਭ ਕੁਝ ਹੈਗਾ, ਤੁਸੀਂ 16 ਕਾਲਾਂ ਸੰਪੂਰਨ ਹੈਗੇ ਹੋ, ਤੁਸੀਂ ਸਾਨੂੰ ਦੱਸ ਦਿਓ। ਇਹ ਸਾਰਾ ਕੁਝ ਸਾਈਡ ਤੇ ਰੱਖ ਕੇ ਸਾਡੇ ਸਿਸਟਮ 'ਚ ਇਹ ਹੈ ਕਿ ਸਾਡਾ ਪੋਲੀਟੀਸ਼ੀਅਨ ਸਵਾਲਾਂ ਤੋਂ ਬਚ ਰਿਹਾ ਹੈ। ਸਾਡੀਆਂ ਪਾਰਟੀਆਂ ਇਹੋ ਜਿਹੀ ਰਣਨੀਤੀ ਘੜ ਰਹੀਆਂ ਨੇ ਜਿੱਥੇ ਸਵਾਲ ਨਾ ਪੁੱਛਿਆ ਜਾਵੇ, ਆਪਦੇ ਬੰਦੇ ਪਹਿਲਾਂ ਲਾ ਕੇ ਰੱਖਦੇ ਨੇ। ਹੁਣ ਜ਼ਿਆਦਾਤਰ ਪ੍ਰਚਾਰ ਇਸ ਤਰੀਕੇ ਨਾਲ ਹੋ ਰਿਹਾ ਕਿ ਉਹ ਆਪਣੇ ਪਿੰਡ ਦੇ ਕਿਸੇ ਇੱਕ ਬੰਦੇ ਦੇ ਮੋਹਤਬਰ ਦੇ ਘਰ ਜਾਂਦੇ ਨੇ, ਚਾਹੇ ਉਹ ਸਰਪੰਚ ਹੋਵੇ, ਨਾ ਸਰਪੰਚ ਹੋਵੇ, ਸਾਬਕਾ ਸਰਪੰਚ ਜਾਂ ਕੋਈ ਉਹ ਕਹਿੰਦੇ ਨੇ ਉਹਦੇ ਘਰ ਬੁਲਾ ਲਓ ਆਪਣੇ ਆਪਣੇ ਬੰਦੇ, ਯਾਰ ਦੂਜੇ ਕਿਤੇ ਹੋਰ ਆ ਕੇ ਪੰਗਾ ਨਾ ਪਾ ਦੇਣ। ਉਹ ਆਪਣੇ ਆਪਣੇ ਘਰ ਆ ਕੇ ਆਪਣਾ ਮੈਸੇਜ ਦੇ ਕੇ ਚਲੋ ਜੀ ਆਪਾਂ ਇਹ ਕੰਮ ਕਰਦੇ ਹਾਂ। ਔਰ ਜਿੱਥੇ ਕਿਤੇ ਸਾਂਝੇ ਜਾਂਦੇ ਨੇ ਉੱਥੇ ਸਵਾਲ ਹੋ ਰਹੇ ਨੇ, ਨੋਰਮਲੀ ਸਵਾਲ ਹੋ ਰਹੇ ਨੇ। ਉੱਥੇ ਵੀ ਕਈ ਚੀਜ਼ਾਂ ਫਰਕ ਤੁਸੀਂ ਦੇਖਦੇ ਹੋ, ਜਿੰਨੀਆਂ ਵੀਡੀਓ ਆ ਰਹੀਆਂ ਨੇ, ਜਿਹੜੇ ਬੰਦੇ ਨੇ ਸਗੋਂ ਉਹਨਾਂ ਦੇ ਨਾਲ ਇਰਦ ਗਿਰਦ, ਛੱਡ ਯਾਰ ਕੋਈ ਗੱਲ ਨਹੀਂ, ਆਪਾਂ ਫਿਰ ਬੈਠ ਕੇ ਕਰ ਲਾਂਗੇ, ਆਪਾਂ ਅੰਦਰ ਬੈਠ ਕੇ ਕਰ ਲਾਂਗੇ, ਆਪਾਂ ਉੱਥੇ ਜਾ ਕੇ ਕਰ ਲਾਂਗੇ, ਤੇਰੇ ਨਾਲ ਗੱਲ ਕਰਾ ਦਾਂਗੇ। ਇਹ ਕਿਹੜੀ ਗੱਲ ਹੈ ਕਿ ਅੰਦਰ ਬੈਠ ਕੇ ਕਰਨੀ ਹੈ, ਤੁਸੀਂ ਕੋਈ ਛੁਪਾ ਕੇ ਕਰ ਰਹੀ ਹੈ? ਬਿਲਕੁਲ, ਇੱਕ ਜਨਤਕ ਮੁੱਦੇ ਨੇ, ਜਨਤਕ ਮੁੱਦਿਆਂ 'ਤੇ ਡਿਬੇਟ ਹੋਣੀ ਲਾਜ਼ਮੀ ਹੈ। ਔਰ ਇਹ ਵੀ ਸਗੋਂ ਬਹੁਤ ਵਧੀਆ ਗੱਲ ਹੈ ਕਿ ਵੱਡੀਆਂ ਰੈਲੀਆਂ 'ਚ ਤੁਸੀਂ ਕੀ ਕਰ ਲੈਂਦੇ ਹੋ। ਜੇ ਹਜ਼ਾਰ ਦੀ ਰੈਲੀ ਹੈ, ਛੋਟੀਆਂ ਰੈਲੀਆਂ ਨੇ, ਇਹ ਜ਼ਿਆਦਾ ਹੋਣੀਆਂ ਚਾਹੀਦੀਆਂ ਸੀ। ਉਹੀ ਹਜ਼ਾਰ ਬੰਦੇ ਨੂੰ ਸਾਰਿਆਂ ਨੂੰ ਇਲਾਕਾ ਵਾਈਜ਼ ਜਾਂ ਉਹ ਸੈਕਸ਼ਨ ਵਾਈਜ਼ ਕਰ ਲੈਂਦੇ ਕਿ ਅੱਜ ਕਿਸਾਨਾਂ ਦੀ ਇਸ ਇਲਾਕੇ ਦੇ 1000 ਜਿਹੜੇ ਮੇਨ ਬੰਦੇ ਨੇ ਉੱਥੇ ਆਪਾਂ ਗੱਲ ਕਰਾਂਗੇ ਇੱਕ ਪੈਲਸ ਦੇ ਵਿੱਚ, ਉੱਥੇ ਹੀ ਸਾਰੇ ਨੁਮਾਇੰਦੇ ਹੋਣਗੇ, ਅਗਲੇ ਦਿਨ ਦੂਜਾ, ਅਗਲੇ ਦਿਨ ਤੀਜਾ। ਕੋਈ ਸਿਸਟਮ ਤਾਂ ਬਾਹਰੋਂ, ਪਰ ਪਾਰਟੀਆਂ ਦੀ ਦਿਲਚਸਪੀ ਉਹਦੇ 'ਚ ਹੈ ਨਹੀਂ, ਨਾ ਕਿਸੇ ਸਰਕਾਰ ਨਾ ਪ੍ਰਸ਼ਾਸਨ ਦੀ ਦਿਲਚਸਪੀ ਹੈ। ਅੱਛਾ, ਲੋਕਾਂ ਵੱਲੋਂ ਉਸ ਪੱਧਰ ਦੀ ਅਜੇ ਡਿਮਾਂਡ ਨਹੀਂ। ਲੋਕਾਂ ਦਾ ਜਿਹੜਾ ਇੱਕ ਲੈਵਲ ਹੈ ਸਿਆਸੀ ਜਾਗਰੂਕਤਾ ਦਾ, ਇਹ ਕੰਮ ਜਿਹੜਾ ਇੱਕ ਸਿਵਲ ਸੁਸਾਇਟੀ ਨੇ ਜਾਂ ਬਾਕੀ ਲੋਕਾਂ ਨੇ ਕਰਨਾ ਹੁੰਦਾ ਕਿ ਉਹ ਪਹਿਲ ਕਦਮੀ ਕਰਨ ਇਹਨਾਂ ਗੱਲਾਂ ਦੇ ਉੱਤੇ ਕਿ ਤੁਸੀਂ ਆਓ ਸਾਂਝੇ ਤੌਰ 'ਤੇ ਆਪਾਂ ਗੱਲ ਕਰਦੇ ਹਾਂ। ਬਲਕਿ ਆ TV ਚੈਨਲ ਵੀ ਕਿਤੇ ਕਿਤੇ ਕਰਦੇ ਨੇ, ਉੱਥੇ ਵੀ ਉਮੀਦਵਾਰ ਨਹੀਂ ਆਉਂਦੇ, ਉੱਥੇ ਆਪਣਾ ਕੋਈ ਨਾ ਕੋਈ ਨੁਮਾਇੰਦਾ ਭੇਜ ਦਿੰਦੇ ਨੇ। ਦੂਜਾ ਨਾਨ ਸੀਰੀਅਸ ਜਿਹਾ ਤਰੀਕਾ ਹੈ, ਨਾਨ ਸੀਰੀਅਸ ਇੱਕ ਹੁੱਲੜਬਾਜੀ ਹੁੰਦਾ, ਉਹ ਓਏ ਬੜਾ ਵੱਡੀਆਂ ਗੱਲਾਂ ਚੈਨਲ, ਕਿਉਂਕਿ ਚੈਨਲ ਤਾਂ TRP ਦੀ ਇੱਕ ਗੱਲ ਹੈ, ਉਹਦੇ 'ਚ ਉਹ ਕਰਕੇ 10 ਉਹਦੇ ਖੜਾ ਦਿੰਦੇ ਨੇ, ਫਿਰ ਗੱਲ ਉਹਦੀ ਪੂਰੀ ਵੀ ਨਹੀਂ ਹੋਣ ਦਿੰਦੇ। ਜਦੋਂ ਦੂਜੀ ਜਗ੍ਹਾ ਚਲੇ ਗਏ, ਤੀਜੀ ਜਗ੍ਹਾ ਚਲੇ, ਉਹ ਉੱਥੇ ਇਕੱਠੇ ਕਰਨਾ ਚੰਗੀ ਗੱਲ ਹੈ, ਪਰ ਉਹਨੂੰ ਇੱਕ ਗੰਭੀਰ ਰੂਪ ਦੇਣਾ, ਸਵਾਲ ਜਵਾਬ ਦੇ ਰੂਪ ਦੇ ਵਿੱਚ
ਉਹ ਇੱਕ ਉਹਨੂੰ ਉਧਰ ਨੂੰ ਤੁਰਨ ਦੀ ਗੱਲ ਹੈ, ਉਧਰ ਨੂੰ ਤੁਰਨਾ ਚਾਹੀਦਾ। ਔਰ ਇਸ ਕਰਕੇ ਇਹ ਜਿਹੜਾ ਤਰੀਕਾਕਾਰ ਵਰਤ ਰਹੇ ਨੇ ਹੁਣ ਸਿਆਸਤਦਾਨ, ਆਪਾਂ ਇੱਕ ਇੱਕ ਦੇ ਵਗ ਜੋ, ਉਹ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਪਹਿਲਾਂ ਹੀ ਸਰਪੰਚ ਨੇ, ਪੰਚ ਨੇ, ਬਾਕੀ ਚੀਜ਼ਾਂ ਨੇ, ਜੇ ਉਹਨਾਂ ਲਈ ਤਾਂ ਇਹ ਠੀਕ ਹੈ, ਕੰਮ ਆਸਾਨ ਹੈ ਜੀ। ਜਿਹੜੇ ਫਰੈਸ਼ ਲੋਕ ਨੇ ਉਹਨਾਂ ਨੂੰ ਤਾਂ ਜਾਣਾ ਹੀ ਪੈਂਦਾ ਜਾ ਕੇ, ਸਾਰੇ ਕਿਤੇ ਲੋਕਾਂ ਨੂੰ ਇਕੱਠੇ ਕਰਨਾ ਪੈਂਦਾ, ਕਿਉਂਕਿ ਉਹਨਾਂ ਦਾ ਇਹੋ ਜਿਹਾ ਤਾਂ ਅਜੇ ਕੋਈ ਕੇਡਰ ਨਹੀਂ ਹੈ ਜਿਹੜਾ ਜਾ ਕੇ ਉਹਨਾਂ ਨੂੰ ਐਂ ਕਹਿ ਸਕੇ ਵੀ ਆਓ ਜੀ ਆਪਾਂ ਗੱਲ ਕਰਦੇ ਹਾਂ। ਔਰ ਜਿੱਥੇ ਕਿਤੇ ਵੀ ਕੋਈ ਸਵਾਲ ਪੁੱਛਦਾ ਉਹਦੇ ਤੋਂ ਲੀਡਰ ਭੱਜ ਰਹੇ ਨੇ, ਚਾਹੇ ਪਾਰਟੀ ਪ੍ਰਧਾਨ ਹੋਣ ਚਾਹੇ ਹੋਰ। ਇੱਕ ਵੀ ਵੀਡੀਓ ਇਹੋ ਜਿਹੀ ਨਹੀਂ ਆ ਰਹੀ ਜਿੱਥੇ ਤਸੱਲੀ ਨਾਲ ਖੜ ਕੇ ਉਹ ਜਵਾਬ ਦੇਣ ਲਈ ਤਿਆਰ ਨੇ ਜੀ। ਉਹੀ ਸਵਾਲ ਤਸੱਲੀ ਨਾਲ 2 ਜਗ੍ਹਾ ਕਰ ਦਿਓ, ਉਹਦਾ ਜਵਾਬ ਦੇ ਦਿਓ, ਫਿਰ ਨਵੀਂ ਜਗ੍ਹਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹਦਾ ਜਵਾਬ ਮੇਰਾ ਉਹੀ ਹੈ ਜੀ ਜਿਹੜਾ ਮੈਂ ਉੱਥੇ ਦੇਖ ਕੇ ਆਇਆ। ਇਹੀ ਮੇਰੀ ਗੱਲ ਹੈ, ਆਹ ਮੇਰਾ ਤੁਹਾਡੇ ਸਾਹਮਣੇ ਆ, ਮੈਂ ਵੀਡੀਓ ਤੁਹਾਨੂੰ ਪਾ ਦਿੰਦੇ ਹਾਂ ਜਾਂ ਤੁਹਾਡੇ ਲੋਕਾਂ ਨੂੰ ਪਾ ਦਿੰਦੇ। ਪਰ ਜਦ ਤੁਸੀਂ ਕਿਸੇ ਵੀ ਜਗ੍ਹਾ ਸੰਤੁਸ਼ਟੀਜਨਕ ਜਵਾਬ ਨਹੀਂ ਦਿੰਦੇ ਜੀ ਤਾਂ ਬਾਰ-ਬਾਰ ਸਵਾਲ ਹੋਏਗਾ ਉਹੀ। ਬਿਲਕੁਲ। ਮਤਲਬ ਜਿਵੇਂ ਪ੍ਰੋਫੈਸਰ ਭੁੱਲਰ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੂੰ ਬਾਰ-ਬਾਰ ਹੋ ਰਿਹਾ, ਭਗਵੰਤ ਮਾਨ ਨੂੰ, ਉਹ ਜਿਹੜੀ ਵੀ ਗੱਲ ਤੇ ਕੀਤਾ ਗਿਆ ਤੱਥ ਨੇ, ਤੱਥ ਹੋਰ ਤਰੀਕੇ ਦੇ ਨੇ ਤੇ ਉਹ ਨਹੀਂ ਹੋ ਰਹੇ। ਇਸੇ ਤਰ੍ਹਾਂ ਕਾਂਗਰਸੀਆਂ ਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਕਿ ਭਾਈ 111 ਦਿਨ ਨਹੀਂ 5 ਸਾਲ 'ਚ ਕੀ ਕੀਤਾ ਜੀ, ਇਹ ਪੁੱਛਿਆ ਜਾਊਗਾ। ਘਰ ਘਰ ਰੁਜ਼ਗਾਰ ਜਾਂ ਬਾਕੀ ਦੇ ਮਾਮਲਿਆਂ ਦੇ ਵਿੱਚ ਕੀ ਕੀਤਾ, ਉਹ ਹੋਣਾ ਚਾਹੀਦਾ। ਬਿਲਕੁਲ। ਇਹੀ ਸਵਾਲ ਬਾਕੀ ਨੂੰ ਵੀ ਕਿ ਆਪੋਜੀਸ਼ਨ ਦੇ ਤੌਰ ਤੇ ਤੁਸੀਂ ਕੀ ਕੀਤਾ, ਪਹਿਲੇ ਸਮਿਆਂ ਦੇ ਵਿੱਚ ਜਿਹੜੇ ਵੱਡੇ ਗੁੱਲ ਖੜਾਏ ਹੋਏ ਨੇ ਉਹਨਾਂ ਨੇ ਕੀ ਨਹੀਂ ਕੀਤਾ, ਉਹ ਸਾਰੇ ਸਵਾਲ ਕੀਤੇ ਜਾ ਰਹੇ ਨੇ। ਉਹ ਸਾਰੇ ਸਵਾਲਾਂ ਨੂੰ ਜਵਾਬ ਦੇ ਤੌਰ ਤੇ ਫਿਰ ਇੱਕ ਸਿਆਸੀ ਤੌਰ ਤੇ ਇੱਕ ਵਧੀਆ ਤਰੀਕਾ, ਔਰ ਜਮਹੂਰੀਅਤ ਉਹਦੇ ਨਾਲ ਮਜ਼ਬੂਤ ਹੁੰਦੀ ਹੈ, ਉਹਦੇ ਨਾਲ ਜਵਾਬਦੇਹੀ ਬਣਦੀ ਹੈ। ਔਰ ਜਵਾਬਦੇਹੀ ਜਿੰਨਾ ਚਿਰ ਨਹੀਂ ਬਣਦੀ ਉਹਨਾਂ ਚਿਰ ਕੰਮ ਨਹੀਂ ਹੋ ਸਕਦੇ ਲੋਕਾਂ ਦੇ, ਉਹਨਾਂ ਚਿਰ ਕੋਈ ਪਾਲਿਸੀ ਔਰ ਏਜੰਡਾ ਨਹੀਂ ਆਏਗਾ। ਹਮੀਰ ਜੀ, ਚਰਨਜੀਤ ਸਿੰਘ ਚੰਨੀ ਨੂੰ ਮੁੜ ਜਿਹੜਾ ਹੈਗਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਲੋਕਾਂ 'ਚ ਇੱਕ ਨਵੀਂ ਗੱਲ ਜਿਹੜੀ ਹੈ ਚਰਚਾ ਚੱਲ ਰਹੀ ਹੈ ਵੀ ਕਾਂਗਰਸ ਪਾਰਟੀ ਨੇ ਦਲਿਤ ਵੋਟ ਬੈਂਕ ਨੂੰ ਜਿਹੜਾ ਮੁੱਖ ਰੱਖਦਿਆਂ ਚੰਨੀ ਨੂੰ ਮੁੜ ਜਿਹੜਾ ਹੈਗਾ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ। ਪਰ ਅਸੀਂ ਜਾਣਨਾ ਚਾਹਾਂਗੇ ਕਿ ਚੰਨੀ ਦੇ ਮੁੜ ਜਿਹੜਾ ਹੈਗਾ ਉਮੀਦਵਾਰ ਐਲਾਨੇ ਜਾਣ ਨਾਲ ਦਲਿਤ ਵਰਗ ਨਾਲ ਸੰਬੰਧਿਤ ਜਿੰਨੀਆਂ ਵੀ ਮੁਸ਼ਕਲਾਂ ਨੇ, ਜਿੰਨੀਆਂ ਵੀ ਸਮੱਸਿਆਵਾਂ ਨੇ, ਕਿ ਉਹ ਹੱਲ ਹੋ ਜਾਣਗੀਆਂ ਜਾਂ ਉਹਨਾਂ ਨੂੰ ਉਸ ਢੰਗ ਨਾਲ ਚੱਕਿਆ ਜਾ ਸਕੇਗਾ। ਇਸ ਦੇ ਨਾਲ ਹੀ ਦੂਜੀ ਗੱਲ ਇਹ ਆਉਂਦੀ ਹੈ ਕਿ ਦਲਿਤ ਵਰਗ ਨਾਲ ਜੁੜੇ ਹੋਏ ਮੁੱਖ ਮੁੱਦੇ ਕਿਹੜੇ ਨੇ ਜਿਨ੍ਹਾਂ 'ਚ ਸੁਧਾਰ ਦੀ ਲੋੜ ਹੈ। ਅਸਲ ਦੇ ਵਿੱਚ ਰੌਲਾ ਹੀ ਇਹ ਹੈ ਕਿ ਸਾਡੇ ਨਾ ਸਿਆਸਤ ਉਹ ਧਾਰਮਿਕ ਜਾਂ ਜਾਤੀ ਐਂਗਲ ਤੋਂ ਫੋਕਸ ਕਰ ਦਿੱਤੀ ਗਈ ਜੀ, ਕਿਉਂਕਿ ਅਸੀਂ ਵੋਟ ਕਿਸੇ ਮੁੱਦੇ ਤੇ ਨਹੀਂ ਲੈ ਰਹੇ, ਵੋਟ ਕਿਸੇ ਲੋਕਾਂ ਦੇ ਵਿਕਾਸ ਤੇ ਜਾਂ ਲੋਕਾਂ ਲਈ ਕੀਤੇ ਕੰਮਾਂ ਤੇ ਨਹੀਂ ਲੈ ਰਹੇ, ਅਸੀਂ ਵੋਟ ਲੈ ਰਹੇ ਹਾਂ ਕਿਸੇ ਨਾ ਕਿਸੇ ਜਜ਼ਬਾਤ ਤੇ। ਬਿਲਕੁਲ। ਜਦੋਂ ਵੀ ਕੋਈ ਜਜ਼ਬਾਤੀ ਮੁੱਦਾ ਹੁੰਦਾ ਤੇ ਉਹ ਜਜ਼ਬਾਤੀ ਮੁੱਦੇ ਦੇ ਘੋੜੇ ਚੜ੍ਹ ਕੇ ਇੱਕ ਸਰਕਾਰ ਬਣ ਜਾਂਦੀ ਹੈ ਤੇ ਮੁੜ ਕੇ ਅਸੀਂ ਛੱਡ ਦਿੰਦੇ ਹਾਂ। ਜਿਵੇਂ ਬੇਅਦਬੀ ਦੇ ਮੁੱਦੇ ਤੇ ਨਸ਼ੇ ਦੇ ਮੁੱਦੇ ਤੇ ਬਹੁਤ ਵੱਡੇ ਮੁੱਦੇ ਸੀਗੇ ਜਦੋਂ ਅਮਰਿੰਦਰ ਸਿੰਘ ਨੇ ਕਿਹਾ, ਔਰ ਵੱਡੀ ਪੱਧਰ ਤੇ ਸਰਕਾਰ ਆਈ। ਉਦੋਂ ਬਾਅਦ ਪ੍ਰੈਕਟਿਸ ਕੀ ਹੋਈ? ਜਿਹੜੇ ਕਹਿ ਰਹੇ ਸੀ ਅਸੀਂ ਚੱਕ ਕੇ ਅੰਦਰ ਕਰ ਦਾਂਗੇ, ਆਹ ਕਰ ਦਾਂਗੇ, ਪ੍ਰੈਕਟਿਸ ਨਹੀਂ ਰਹੀ। ਇੱਕ ਵਾਰ ਸਰਕਾਰ ਬਣਾਓ ਫਿਰ ਚਾਹੇ ਭੁੱਲ ਜਾਓ। ਬਿਲਕੁਲ। ਔਰ ਜਦੋਂ ਲੋਕ ਇਹ ਕਹਿ ਰਹੇ ਨੇ, ਉਦੋਂ ਬਾਅਦ ਇਹ ਆਇਆ, ਇਹ ਵੀ ਕਿਸਾਨ ਅੰਦੋਲਨ 'ਚੋਂ ਨਿਕਲਿਆ ਦਲਿਤ ਚਿਹਰੇ ਦਾ ਸਵਾਲ ਜੀ। ਜਦੋਂ ਕਿਸਾਨ ਅੰਦੋਲਨ ਇੰਨਾ ਲੰਮਾ ਬਣ ਗਿਆ, ਪਾਰਟੀਆਂ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਕਿਸਾਨੀ ਤਾਂ ਲੱਗਦਾ ਸਾਡੇ ਦਾਇਰੇ 'ਚ ਆਉਣ ਵਾਲੀ ਨਹੀਂ, ਇਹ ਤਾਂ ਥੋੜ੍ਹਾ ਜਿਹਾ ਅਲੱਗ ਹੋ ਗਈ ਹੈ, ਇਹ ਤਾਂ ਸਵਾਲ ਕਰ ਰਹੇ ਨੇ ਹੁਣ। ਉਦੋਂ ਤੋਂ ਬੀਜੇਪੀ ਨੇ ਸਟਾਰਟ ਕੀਤਾ ਹੈ ਕਿ ਸਾਡਾ ਦਲਿਤ ਚਿਹਰਾ ਹੋ ਸਕਦਾ ਮੁੱਖ ਮੰਤਰੀ, ਔਰ ਆਮ ਆਦਮੀ ਪਾਰਟੀ ਤੇ ਸੁਖਬੀਰ ਬਾਦਲ ਪਹਿਲਾਂ ਤੋਂ ਵੀ ਸਾਡਾ ਡਿਪਟੀ ਚੀਫ ਮਿਨਿਸਟਰ ਹੋਏਗਾ। ਤੇ ਫਿਰ ਚਲਦੇ ਚਲਦੇ ਇਸ ਇੱਕ ਇਹੋ ਜਿਹਾ ਵਰਤਾਂਤ ਬਣਿਆ ਤੇ ਚੱਕ ਕੇ ਅਮਰਿੰਦਰ ਸਿੰਘ ਨੂੰ ਹਟਾਇਆ ਕਿ ਇਹ ਜਾਖੜ ਕਹਿ ਰਹੇ ਨੇ ਕਿ ਮੈਨੂੰ ਵੱਧ ਵੋਟਾਂ ਮਿਲੀਆਂ, ਉਦੋਂ ਵੋਟਾਂ ਫਲਾਣੇ ਨੂੰ ਮਿਲੀਆਂ, ਫਲਾਣੇ ਨੂੰ, ਪਰ ਉਹ ਗੁਣਾ ਜਿਹੜਾ ਉਹ ਪੈ ਗਿਆ ਕਿਸੇ ਤਰੀਕੇ ਨਾਲ ਚੰਨੀ ਨੇ। ਜੀ, ਇਹ ਗੱਲ ਉਦੋਂ ਤੋਂ ਹੀ ਕਲੀਅਰ ਸੀ ਕਿ ਚੰਨੀ ਨੂੰ ਬਣਾਉਣ ਤੋਂ ਬਾਅਦ ਕਾਂਗਰਸ ਜੋ ਮਰਜ਼ੀ ਕਰੀ ਜਾਵੇ, ਮੁੜ ਕੇ ਅਗਲਾ ਚਿਹਰਾ ਜੇ ਐਲਾਨਿਆ ਚੰਨੀ ਤੋਂ ਬਿਨਾਂ ਐਲਾਨ ਹੀ ਨਹੀਂ ਸਕਦੀ, ਕਿਉਂਕਿ ਇੱਕ ਬੜਾ ਵੱਡਾ ਭਾਈਚਾਰਾ 32% ਦਾ। ਹੁਣ ਤੁਸੀਂ ਉਹਨੂੰ ਇੱਕ ਦਿਖਾਤੀ ਗੱਲ ਕਿ ਤੁਹਾਡਾ ਬੰਦਾ ਬਣਾਤਾ ਤੇ ਉਦੋਂ ਬਾਅਦ ਜਦੋਂ ਵਾਪਸ ਲਾਓਗੇ ਪਹਿਲਾਂ ਉਹਦਾ ਫਾਇਦਾ ਕਿੰਨਾ ਹੋਇਆ ਇਹ ਤਾਂ ਨਹੀਂ ਪਤਾ, ਪਰ ਨੁਕਸਾਨ ਜ਼ਰੂਰ ਹੋ ਜਾਏਗਾ ਇੱਕ ਵਾਰ। ਇਸ ਲਈ ਉਹਨਾਂ ਦੀ ਹਿੰਮਤ ਹੀ ਨਹੀਂ ਸੀ ਕਦੇ ਉਸ ਪੱਧਰ ਦੇ ਉੱਤੇ ਕਿ ਉਹਨੂੰ ਵਿਡਰਾ ਕਰੋ। ਉਹ ਤਾਂ ਇੰਨਾ ਚਿਰ ਡਰਾਮਾ ਖਿੱਚ ਕੇ ਲੈ ਗਏ। ਉਹ ਅਲੱਗ ਸਵਾਲ ਹੈ ਕਿ ਡਰਾਮਾ ਹੁੰਦਾ ਰਿਹਾ ਕਿ ਨਵਜੋਤ ਸਿੱਧੂ ਦੇ ਮੁੱਦੇ ਆਉਣਗੇ ਜਾਂ ਨਹੀਂ ਆਉਣਗੇ, ਜੇ ਉਹ ਕਾਂਗਰਸ ਦਾ ਤਾਂ ਕਲੀਅਰ ਸੀ ਉਦੋਂ ਪਹਿਲਾਂ ਤੋਂ ਹੀ ਜਿਹੜਾ ਸੈਟਅਪ ਅੰਦਰ ਖਾਤੇ ਤਾਂ। ਪਰ ਸਵਾਲ ਇਹ ਹੈ ਕਿ ਕੀ ਇੱਕ ਮੈਨੂੰ ਲੱਗਦਾ ਕਿ ਕੋਈ ਦਲਿਤ ਬਣਦਾ ਜਾਂ ਇੱਕ ਕਮਿਊਨਿਟੀ ਗਰੀਬ 'ਚੋਂ ਬਣਦਾ ਜਾਂ ਪਿਛੜਿਆਂ 'ਚੋਂ ਬਣਦਾ, ਮਾੜੀ ਗੱਲ ਨਹੀਂ ਹੈ ਜੀ। ਬਿਲਕੁਲ। ਇਹ ਸਿੰਬੋਲਿਕ ਹੈ, ਪਰ ਬਿਲਕੁਲ ਸਿੰਬਲ ਦੀ ਵੀ ਆਪਣੀ ਇੱਕ ਅਹਿਮੀਅਤ ਹੁੰਦੀ ਹੈ ਸਿੰਬੋਲਿਕ ਤੌਰ 'ਤੇ। ਪਰ ਇਹਦੇ ਨਾਲ ਕੋਈ ਦਲਿਤਾਂ ਦੇ ਮੁੱਦੇ ਹੱਲ ਹੋ ਜਾਣੇ ਨੇ, ਇਹਦੇ ਨਾਲ ਕੋਈ ਕੁਝ ਚੀਜ਼ਾਂ ਹੋ ਜਾਣੀਆਂ ਨੇ। ਕਿਵੇਂ ਹੋ ਜਾਣਗੀਆਂ? ਜਿਵੇਂ ਕਿੰਨੇ ਵਾਰ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਇਹ ਤਾਂ ਸਾਰੇ ਸੈਡ ਤੋਂ ਬਾਅਦ ਤਾਂ ਜੱਟ ਸਿੱਖ ਬਣੇ ਨੇ ਜੀ। ਗਿਆਨੀ ਜੈਲ ਸਿੰਘ ਨੂੰ ਛੱਡ ਦਿਓ, ਸਿੱਖ ਤਾਂ ਉਹ ਵੀ ਸੀ ਜੱਟ। ਕੀ ਸਿੱਖਾਂ ਦੇ ਮਸਲੇ ਤੇ ਜੱਟਾਂ ਦੇ ਮਸਲੇ ਹੱਲ ਹੋ ਗਏ ਸੀ ਇਕੱਲੇ ਇੰਨੇ ਨਾਲ ਹੀ? ਉਹ ਤੁਹਾਡੀ ਅਪਰੋਚ ਦਾ ਸਵਾਲ ਹੈ। ਅਕਾਲੀ ਦਲ ਤਾਂ ਪੰਥਕ ਪਾਰਟੀ ਕਹੀ ਜਾਂਦੀ ਸੀ,
ਅਕਾਲੀ ਦਲ ਜਦੋਂ ਬੀਜੇਪੀ ਸਾਹਮਣੇ ਵਿਚਾਰਧਾਰਕ ਤੌਰ ਤੇ ਸਰੈਂਡਰ ਕਰ ਗਿਆ 96 ਦੇ ਵਿੱਚ, ਤਾਂ ਉਹ ਮਸਲੇ ਖੜੇ ਦੇ ਖੜੇ ਸਗੋਂ ਜ਼ਿਆਦਾ ਉਹ ਵਿਗੜ ਕੇ ਸਾਡੇ ਸਾਹਮਣੇ ਆਉਂਦੇ ਰਹੇ ਨੇ, ਜ਼ਿਆਦਾ ਲਟਕ ਗਏ ਉਸ ਮਾਮਲੇ ਦੇ ਰੂਪ ਦੇ ਵਿੱਚ। ਔਰ ਇਸੇ ਤਰ੍ਹਾਂ ਜੇ ਜੱਟ ਚੀਫ ਮਿਨਿਸਟਰ ਕਿਸਾਨੀ ਦਾ ਭਲਾ ਕਰ ਸਕਦੇ ਹੁੰਦੇ ਤਾਂ 20,000 ਦੇ ਕਰੀਬ ਖੁਦਕੁਸ਼ੀ ਜਿਹੜੀ ਹੋ ਗਈ ਪੰਜਾਬ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ, ਖੇਤੀ ਘਾਟੇ ਬੰਦਾ ਸੌਦਾ ਕਰਕੇ, ਫਿਰ ਤਾਂ ਉਹਨਾਂ ਨੇ ਤਾਂ 12 ਨਿਆਰੇ ਘੱਟੋ ਘੱਟ ਹੋ ਜਾਣੇ ਸੀ। ਬਿਲਕੁਲ। ਇਸੇ ਤਰ੍ਹਾਂ ਇਕੱਲੇ ਚੰਨੀ ਦੇ ਉਹਨਾਂ ਦੇ ਜਿਹੜੇ ਮੁੱਦੇ ਨੇ ਬਹੁਤ ਬੜੇ, ਚਾਹੇ ਉਹ ਫਾਈਨਾਂਸ ਕੰਪਨੀਆਂ ਦੀ ਲੁੱਟ ਦਾ ਮੁੱਦਾ ਹੈ, ਚਾਹੇ ਉਹ ਤੀਜੇ ਹਿੱਸੇ ਦੀ ਸਾਮਲਾਟ ਜਿਹੜਾ ਕਾਨੂੰਨ ਬਣਿਆ ਹੋਇਆ ਹੈ ਉਹ ਦੇਣ ਦਾ ਸਵਾਲ ਹੈ, ਚਾਹੇ ਬੱਚਿਆਂ ਨੂੰ ਬਰਾਬਰੀ ਦੀ ਪੜ੍ਹਾਈ ਦਾ ਸਵਾਲ ਹੈ, ਚਾਹੇ ਬਰਾਬਰੀ ਦੀ ਸਿਹਤ ਸਹੂਲਤ ਦੇ ਕੁਐਸਚਨ ਨੇ, ਚਾਹੇ ਬਰਾਬਰ ਸਮਾਜ ਦੇ ਵਿੱਚ ਜਾਇਦਾਦਾਂ ਦੇ ਮਾਮਲਿਆਂ ਦੇ ਵਿੱਚ, ਬਾਕੀ ਦੇ ਮਾਮਲਿਆਂ ਦੇ ਵਿੱਚ ਵਿਕਾਸ ਕਰਨ ਦੇ ਸਵਾਲ ਨੇ। ਉਹ ਸਵਾਲ ਤਾਂ ਕੋਈ ਐਡਰੈਸ ਨਹੀਂ ਕਰ ਰਿਹਾ। ਬਿਲਕੁਲ। ਉਹ ਸਵਾਲ ਉੱਥੇ ਦੇ ਉੱਥੇ ਖੜੇ ਨੇ, ਔਰ ਨਾ ਕੋਈ ਪਾਰਟੀ ਦੀ ਦਾ ਕੋਈ ਮੈਨੀਫੈਸਟੋ ਹੋਏਗਾ ਇਹਦੇ 'ਚ, ਨਾ ਕਦੇ ਉਸ ਤਰੀਕੇ ਦੀ ਉਹਦੇ 'ਚ ਕੋਈ ਗੱਲ ਕੀਤੀ ਜਾ ਰਹੀ ਹੈ। ਮੈਨੂੰ ਨਹੀਂ ਲੱਗਦਾ ਜਿੰਨਾ ਬਰਤਾਂਤ ਲੀਡਰਾਂ ਨੇ ਸਿਰਜਿਆ ਇਹ 'ਚ ਕਦੇ ਇਹਨਾਂ ਗੱਲਾਂ ਦੀ ਗੱਲ ਹੋਈ ਹੈ। ਜੀ ਬਿਲਕੁਲ। ਇਸ ਕਰਕੇ ਇਹ ਸਵਾਲ ਹੈ ਕਿ ਇਕੱਲਾ ਇਹਦੇ ਨਾਲ ਕੁਝ ਹੋ ਨਹੀਂ ਜਾਣਾ। ਹਾਂ, ਇੱਕ ਜਜ਼ਬਾਤ ਹੁੰਦਾ ਸਿੰਬਲ ਦਾ, ਕਿੰਨੇ ਕੁ ਦਲ ਤੇ ਇਸ ਕਰਕੇ ਵੋਟ ਪਾ ਦੇਣਗੇ, ਜ਼ਿਆਦਾ ਚੰਨੀ ਕਰਕੇ ਪਾ ਦੇਣਗੇ, ਨਹੀਂ ਪਾ ਦੇਣਗੇ, ਇਹ ਉਦੋਂ ਬਾਅਦ ਹੈ, ਵੋਟ ਪੈਟਰਨ ਤੋਂ ਬਾਅਦ ਹੀ ਪਤਾ ਲੱਗਦਾ। ਜਿਹੜੇ ਸਾਈਕੋਲੋਜਿਸਟ ਕਹਿੰਦੇ ਨੇ ਕਿ ਹਾਂ ਕਾਸਟ ਵਾਈਜ਼, ਬਾਕੀ ਸੂਬਿਆਂ 'ਚ ਤਾਂ ਕਾਸਟ ਬਹੁਤ ਮੈਟਰ ਕਰਦੀ ਹੈ ਜਿਹਦੇ ਕਰਕੇ ਵੋਟ ਪੈਂਦੀ ਹੈ ਜਾਤ ਦੇ ਆਧਾਰ 'ਤੇ। ਜੀ। ਪੰਜਾਬ 'ਚ ਉਨੀ ਮੈਟਰ ਨਹੀਂ ਕੀਤੀ ਕਦੇ, ਪਰ ਪੰਜਾਬ ਦੇ ਵਿੱਚ ਵੀ ਇਹ ਨਹੀਂ ਹੈ ਕਿ ਜਾਤ ਦਾ ਕੁਐਸਚਨ ਨਹੀਂ ਹੈ। ਪੰਜਾਬ ਦੇ ਵਿੱਚ ਵੀ ਉਹਦਾ ਅਸਰ ਤਾਂ ਪੈਂਦਾ ਹੈ, ਕਿੰਨਾ ਪਏਗਾ ਇਹ ਉਦੋਂ ਬਾਅਦ ਦਾ ਸਵਾਲ ਹੈ। ਜੀ ਹਮੀਰ ਜੀ, ਗੱਲ ਹੁਣ ਇਹ ਆਉਂਦੀ ਹੈ ਵੀ ਕਿ ਮਨਰੇਗਾ ਅਧੀਨ ਵੀ 4 ਜਣਿਆਂ ਦੀ ਜਿਹੜੀ ਹੈਗੀ ਮੌਤ ਹੋ ਚੁੱਕੀ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਉਹਦੇ ਪਿੱਛੇ ਕੀ ਕਾਰਨ ਰਹੇ ਨੇ, ਉਹ ਕਿੱਥੇ ਹੋਈ ਹੈ, ਕਿਵੇਂ ਹੋਈ ਹੈ, ਅਤੇ ਉਸ ਬਾਰੇ ਹੁਣ ਤੱਕ ਸਾਡੀ ਸਿਆਸੀ ਪਾਰਟੀਆਂ ਦਾ ਕਿਸ ਤਰ੍ਹਾਂ ਦਾ ਸਟੈਂਡ ਦੇਖਣ ਨੂੰ ਮਿਲਿਆ। ਅਸਲ 'ਚ ਮਨਰੇਗਾ ਇੱਕ ਕਾਨੂੰਨ ਬਣਿਆ ਜਿਹੜੇ ਗਰੀਬ ਲੋਕਾਂ ਨੂੰ, ਜਿਹੜੇ ਸਰੀਰਕ ਕੰਮ ਕਰਨਾ ਚਾਹੁੰਦੇ ਨੇ ਪਿੰਡਾਂ ਦੇ ਲੋਕ, ਉਹਨਾਂ ਨੂੰ 269 ਰੁਪਏ ਦਿਹਾੜੀ ਮਿਲਦੀ ਹੈ ਅਤੇ 100 ਦਿਨ ਦੇ ਕੰਮ ਦੀ ਗਰੰਟੀ ਹੈ। ਜੀ। ਪਹਿਲਾਂ ਤਾਂ ਉਹ ਵੀ ਨਹੀਂ ਕਾਨੂੰਨ ਹੋ ਰਿਹਾ ਕਿਉਂਕਿ 35 ਦਿਨ ਐਵਰੇਜ ਕੰਮ ਮਿਲਿਆ ਸਾਡੇ ਪੰਜਾਬ ਦੇ ਵਿੱਚ, ਸਾਲ ਲੰਘ ਗਿਆ ਲਗਭਗ। ਅਤੇ ਦੂਜੀ ਗੱਲ ਇਹ ਹੈ ਕਿ ਜਿੱਥੇ ਮਿਲ ਵੀ ਰਿਹਾ ਉਹ ਕਾਨੂੰਨ ਦੇ ਮੁਤਾਬਕ ਨਹੀਂ ਮਿਲ ਰਿਹਾ। ਇਹ ਜਿਹੜੇ ਬੰਦੇ ਸੀ ਮੁਕਤਸਰ ਸਾਹਿਬ ਦੇ ਵਿੱਚ ਜੀ ਕੰਮ ਕਰਦੇ ਸੀ, ਇਹਨਾਂ ਦਾ ਪ੍ਰੋਜੈਕਟ ਤਾਂ ਕਿਤੇ ਹੋਰ ਹੈ। ਇਹਨਾਂ ਨੂੰ ਕੰਮ ਲਾਤਾ ਮੇਨ ਰੋਡ 'ਤੇ ਵੀ ਤੁਸੀਂ ਆਹ ਜੇ ਬੂਟੇ ਹੀ ਛਾਂਗਦੇ ਹੋ। ਇਹ ਮਨਰੇਗਾ 'ਚ ਕੰਮ ਹੋ ਹੀ ਨਹੀਂ ਸਕਦਾ, ਇਹ ਗੈਰ ਕਾਨੂੰਨੀ ਹੈ ਜਿਹੜੇ ਤਰੀਕੇ ਨਾਲ ਉਹਨਾਂ ਨੇ ਕੀਤਾ। ਮਨਰੇਗਾ 'ਚ ਕੰਮ ਕਿਵੇਂ ਹੋ ਸਕਦਾ ਹੈ ਕਿ ਜਦ ਬੰਦੇ ਅਰਜੀ ਦਿੰਦੇ ਨੇ ਕੰਮ ਵਾਸਤੇ, ਤਾਂ ਅਰਜੀ ਦੇਣ ਇਸ ਲਈ ਦਿੰਦੇ ਨੇ ਕਿ 15 ਦਿਨ ਤੋਂ ਘੱਟ ਉਹ ਅਰਜੀ ਨਹੀਂ ਦੇ ਸਕਦੇ, ਕਿ 15 ਦਿਨ ਦੇਣੇ ਪੈਂਦੇ ਨੇ ਸਭ BDO ਨੂੰ ਜਾਂ ਸਰਕਾਰ ਨੂੰ ਜਾਂ ਪੰਚਾਇਤ ਨੂੰ, ਕਿ 16ਵੇਂ ਦਿਨ ਤੋਂ ਕੰਮ ਮੰਗ ਸਕਦੇ ਨੇ ਉਹ, ਜੀ, ਤਾਂ ਕਿ ਉਨੇ ਦੇਰ ਦੇ ਵਿੱਚ ਉਹ ਕੋਈ ਨਾ ਕੋਈ ਪ੍ਰੋਜੈਕਟ ਬਣਾਵੇ। ਮੰਨ ਲਓ ਪ੍ਰੋਜੈਕਟ ਕੁਝ ਵੀ ਹੋ ਸਕਦਾ, ਇੱਥੇ ਬੂਟੇ ਲਾਉਣੇ ਨੇ ਇਹ ਵੀ ਇੱਕ ਪ੍ਰੋਜੈਕਟ ਹੋ ਸਕਦਾ ਹੈ, ਇੱਥੇ ਕੋਈ ਸਫਾਈ ਕਰਨੀ ਹੈ, ਜਿਹੜਾ ਟੋਭਾ ਪੱਟਣਾ ਹੈ ਉਹ ਵੀ ਪ੍ਰੋਜੈਕਟ ਹੋ ਸਕਦਾ, ਕੋਈ ਵੀ ਪ੍ਰੋਜੈਕਟ ਹੋ ਸਕਦਾ। ਜੀ। ਫਿਰ ਉਸ ਪ੍ਰੋਜੈਕਟ ਦੇ ਤਹਿਤ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਂਦਾ, ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਪ੍ਰੋਜੈਕਟ ਹੈ, ਇੱਥੇ ਇੰਨੀ ਮਟੀਰੀਅਲ ਖਰਚ ਆਏਗਾ ਅਤੇ ਇੰਨੀ ਲੇਬਰ ਲੱਗੇਗੀ, ਇੰਨੀ ਲੇਬਰ ਨੂੰ ਇੰਨੇ ਦਿਨਾਂ ਲਈ ਕੰਮ ਦਿੱਤਾ ਜਾ ਸਕਦਾ ਸੀ। ਜੀ। ਫਿਰ ਉਹਨੂੰ ਉਹ ਅਪਾਇੰਟਮੈਂਟ ਲੈਟਰ ਦਿੰਦਾ ਵੀ ਹਾਂ ਤੁਹਾਨੂੰ ਇੱਥੇ ਕੰਮ ਦਿੱਤਾ ਜਾ ਰਿਹਾ, ਅਤੇ ਉਹ ਕੰਮ ਕਦੇ ਵੀ ਐਂ ਨਹੀਂ ਚੱਲਦਾ। ਜੇ ਐਵੇਂ ਨਹੀਂ ਚੱਲਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਜੀ। ਉਹ ਜ਼ਿੰਮੇਵਾਰ ਨੇ ਜਿਹੜੇ ਬੰਦਿਆਂ ਨੇ ਕਾਨੂੰਨ ਲਾਗੂ ਕਰਨਾ। ਬਿਲਕੁਲ। ਉਹ ਸਾਰੇ ਬੰਦੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਜ਼ਿੰਮੇਵਾਰ ਨੇ। ਹੁਣ ਇਹ ਜਿਹੜੇ ਮਜ਼ਦੂਰ ਤੋਂ ਐਂ ਕੰਮ ਕੀਤਾ ਗਿਆ ਹੈ, ਮਤਲਬ ਜਿਹੜੇ ਬੰਦਿਆਂ ਦੀ ਡੈਥ ਹੋ ਗਈ ਆ, ਹੋਰ ਵੀ ਕਈ ਕਾਰਨਾਂ ਕਰਕੇ ਡੈਥ ਹੁੰਦੀਆਂ ਨੇ ਉਹਦੇ 'ਚ, ਜੀ, ਅਤੇ ਉਹਦੇ ਲਈ ਜ਼ਿੰਮੇਵਾਰ ਉਹ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹਨੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਕੰਮਾਂ 'ਤੇ ਲਿਆ। ਉੱਥੇ ਦਾ BDO ਹੋ ਸਕਦਾ, ਜੀ, ਉੱਥੇ ਦਾ ਲੋਕਲ ਜਿਹੜਾ ਰੁਜ਼ਗਾਰ ਸਹਾਇਕ ਹੋ ਸਕਦਾ ਜਿਨ੍ਹਾਂ ਨੂੰ ਕਾਨੂੰਨ ਦਾ ਪਤਾ ਹੈ। ਬਿਲਕੁਲ। ਉਹਦੇ ਤੋਂ ਅੱਗੇ ADC ਡਿਵੈਲਪਮੈਂਟ ਦੀ ਵੀ ਜ਼ਿੰਮੇਵਾਰੀ ਹੈ, ਉਹਦੇ ਤੋਂ ਅੱਗੇ ਮਨਰੇਗਾ ਕਮਿਸ਼ਨਰ ਦੀ ਜ਼ਿੰਮੇਵਾਰੀ ਹੈ, ਉਹਦੇ ਤੋਂ ਅੱਗੇ ਮੰਤਰੀ ਤੱਕ ਅਤੇ ਸੈਕਟਰੀ ਤੱਕ ਜ਼ਿੰਮੇਵਾਰੀ ਹੈ। ਜੇ ਕਿਤੇ ਗੈਰ ਕਾਨੂੰਨੀ ਕੰਮ ਹੋ ਰਹੇ ਨੇ ਉਹਨੂੰ ਤੁਸੀਂ ਕਿਉਂ ਨਹੀਂ ਠੀਕ ਕਰਦੇ? ਅਤੇ ਹੁਣ 4 ਬੰਦਿਆਂ ਦੇ ਘਰਾਂ ਦੇ ਕਮਾਉਣ ਵਾਲੇ ਜੀ ਚਲੇ ਗਏ। ਬਿਲਕੁਲ। ਅਤੇ ਉਸ ਮਨਰੇਗਾ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੰਮ ਦੇ ਦੌਰਾਨ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਆਯੁਸ਼ਮਾਨ ਜਿਹੜੀ ਬੀਮਾ ਯੋਜਨਾ 4 ਲੱਖ ਰੁਪਏ ਦਾ ਰਾਹਤ ਉਹਦੇ ਪਰਿਵਾਰ ਨੂੰ ਮਿਲ ਸਕਦੀ ਹੈ। ਬਿਲਕੁਲ। ਅਧਿਕਾਰੀ ਕਹਿੰਦੇ ਨੇ ਕਿ ਤੁਸੀਂ ਤਾਂ ਆਫੀਸ਼ੀਅਲ ਉਵੇਂ ਲੱਗੇ ਨਹੀਂ ਹੋਏ, ਇਸ ਲਈ ਨਹੀਂ ਮਿਲ ਸਕਦੀ। ਉਹ 4 ਲੱਖ ਰੁਪਇਆ ਪਰ ਪਰਿਵਾਰ ਦੇਣਾ ਸਰਕਾਰ ਦੀ ਕਾਨੂੰਨੀ ਅਤੇ ਮੋਰਲ ਜ਼ਿੰਮੇਵਾਰੀ ਹੈ। ਜੀ। ਉਹ ਚਾਹੇ ਉਹਨਾਂ ਦੀ ਤਨਖਾਹ 'ਚੋਂ ਕੱਟ ਕੇ ਦਿਓ ਜਿਨ੍ਹਾਂ ਨੇ ਗੈਰ ਕਾਨੂੰਨੀ ਕੰਮ ਕੀਤਾ, ਚਾਹੇ ਆਪਦੇ ਖਜ਼ਾਨੇ 'ਚੋਂ ਦਿਓ, ਚਾਹੇ ਮਟੀਰੀਅਲ ਕਾਸਟ 'ਚੋਂ ਦਿਓ, ਜੀ 'ਚੋਂ ਦਿੰਦੇ ਹੋ, ਇਹਦੇ 'ਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਜਿਹੜੇ ਕੰਮ 'ਤੇ ਲਾ ਦਿੱਤੇ ਗਏ। ਬਿਲਕੁਲ। ਕਿਉਂਕਿ ਉਹਨਾਂ ਦਾ ਤੁਸੀਂ ਸ਼ੋਸ਼ਣ ਕਰ ਰਹੇ ਹੋ, ਉਹਨੂੰ ਨਹੀਂ ਪਤਾ ਉਸ ਪਾਸੇ ਵੀ ਮੈਨੂੰ ਤੁਸੀਂ ਕੰਮ 'ਤੇ ਕਿੱਥੇ ਲਾ ਰਹੇ ਹੋ। ਅਤੇ ਇਹ ਸਾਰੇ ਕੰਮ 'ਚ ਜੇ ਪ੍ਰਸ਼ਾਸਨ ਅੱਜ ਤੱਕ ਚੁੱਪ ਹੈ,
ਜਾਂ ਉਹਨਾਂ ਦੇ ਨਹੀਂ ਕਰਦਾ, ਤਾਂ ਦੂਜੀਆਂ ਜਿਹੜੀਆਂ ਪਾਰਟੀਆਂ ਮਜ਼ਦੂਰਾਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੀਆਂ ਨੇ ਉਹ ਕਿੱਥੇ ਨੇ? ਵੋਟਾਂ ਵੇਲੇ ਤਾਂ ਗਾਹ ਪੈ ਜਾਂਦਾ, ਇੱਕ ਮੌਤ ਤੇ ਗਾਹ ਪੈ ਜਾਂਦਾ, ਵੋਟਾਂ ਨੇ ਉਹ ਤਾਂ 99% ਵੋਟ ਕਰਨ ਜਾਂਦੇ ਬੰਦੇ ਨੇ। ਜੇ ਵੋਟਾਂ ਦੇ ਦੌਰ ਦੇ ਵਿੱਚ ਵੀ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜੀ ਤਾਂ ਵੋਟਾਂ ਤੋਂ ਬਾਅਦ ਮਿਨਿਸਟਰ ਚੀਫ ਮਿਨਿਸਟਰ ਬਣ ਕੇ ਕਿਹਨੇ ਸੁਣਵਾਈ ਕਰਨੀ ਹੈ? ਇਹ ਬਹੁਤ ਬੜਾ ਟੈਸਟ ਕੇਸ ਹੈ ਮੁਕਤਸਰ ਦੇ ਮਜ਼ਦੂਰਾਂ ਦਾ ਮਾਮਲਾ। ਕੀ ਉਹਨਾਂ ਨੂੰ ਕਾਨੂੰਨ ਮੁਤਾਬਕ ਉਹ ਸਾਰੀਆਂ ਸੁਵਿਧਾਵਾਂ ਮਿਲਦੀਆਂ ਨੇ? ਕੀ ਪਰਚਾ ਦਰਜ ਕਰਕੇ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਾਂਚ ਸ਼ੁਰੂ ਹੁੰਦੀ ਹੈ? ਜੇ ਇਹ ਚੀਜ਼ਾਂ ਅੱਜ ਸ਼ੁਰੂ ਨਹੀਂ ਹੁੰਦੀਆਂ ਤਾਂ ਉਸ ਤੋਂ ਬਾਅਦ ਨਹੀਂ। ਪੰਜਾਬ ਭਰ ਦੇ ਵਿੱਚ ਮੈਨੂੰ ਲੱਗਦਾ ਟੋਟਲ ਜਿਹੜੇ ਮਨਰੇਗਾ ਦੇ ਮਜ਼ਦੂਰ ਨੇ ਜਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਇਹ ਜਾਣਦੇ ਨੇ, ਜਿਹੜੇ ਇਨਸਾਨੀਅਤ ਦੇ ਪੱਖ ਤੋਂ ਨੇ, ਹਰ ਪਾਰਟੀ ਦੇ ਕੈਂਡੀਡੇਟ ਤੇ ਪ੍ਰਧਾਨਾਂ ਤੋਂ ਸਵਾਲ ਪੁੱਛਿਆ ਜਾਣਾ ਚਾਹੀਦਾ ਚੋਣਾਂ ਤੱਕ ਜੀ ਕਿ ਦੱਸੋ ਤੁਹਾਡੇ ਕੋਲ ਮੁਕਤਸਰ ਦਾ ਮਾਮਲੇ ਦਾ ਕੀ ਹੈ? ਇਹੋ ਜਿਹੇ ਜਿੰਨੇ ਹੋਰ ਮਰਦੇ ਨੇ ਉਹਨਾਂ ਦਾ ਕੀ? ਤੁਸੀਂ ਕਾਨੂੰਨ ਨੂੰ ਗੈਰ ਕਾਨੂੰਨੀ ਕਿਉਂ ਬਣਾ ਰਹੇ ਹੋ? ਜੀ ਇਹਨੂੰ ਕਿਉਂ ਠੀਕ ਤਰੀਕੇ ਨਾਲ ਲਾਗੂ ਨਹੀਂ ਕਰ ਰਹੇ? ਇਹ ਬਹੁਤ ਬੜਾ ਸਵਾਲ ਹੈ। ਤਾਂ ਕੱਲ੍ਹ ਨੂੰ ਉਹੀ ਮਨੋਰਥ ਪੱਤਰ ਤਾਂ ਜਦ ਮਰਜ਼ੀ ਮੁੱਕਰ ਜਾਣਗੇ ਜੇ ਬਣਿਆ ਹੋਇਆ ਕਾਨੂੰਨ ਲਾਗੂ ਨਹੀਂ ਕਰਾ ਰਹੇ। ਇਹ ਸਭ ਇਸ ਗੱਲ ਨੂੰ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ, ਪੋਲੀਟੀਕਲ ਲੀਡਰਸ਼ਿਪ ਦੀ ਵੀ ਔਰ ਬਿਊਰੋਕਰੇਸੀ ਦੀ। ਜੀ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।